ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਜਤਿੰਦਰ ਖਹਿਰਾ। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਸੋ ਖਹਿਰਾ ਸਾਹਿਬ, ਸਾਧੂ ਸਿੰਘ ਧਰਮਸੋਤ ਜੀ ਫਾਈਨਲੀ ਘਰ ਆ ਗਏ ਨੇ। ਪਹਿਲਾਂ ਤਾਂ ਫੈਸਲਾ ਹੋਇਆ ਸੀਗਾ ਕਿ ਧਾਰਾਵਾਂ ਹੋਰ ਲੱਗ ਗਈਆਂ ਨੇ, ਇਸ ਕਰਕੇ ਜੋ ਜ਼ਮਾਨਤ ਹੈ ਉਸ ਦੇ ਬਾਵਜੂਦ ਵੀ ਉਹਨਾਂ ਨੂੰ ਜੇਲ੍ਹ 'ਚ ਰਹਿਣਾ ਪੈਣਾ, ਪਰ 90 ਦਿਨ ਬਾਅਦ ਘਰ ਆ ਹੀ ਗਏ ਨੇ। ਤੇ ਆ ਕੇ ਬੜਾ ਬਦਲਾਅ ਹੋ ਗਿਆ। ਕਹਿੰਦੇ ਨੇ ਕਿ ਮੈਂ ਆਪਣੇ ਨਾਂ ਦੇ ਮੁਤਾਬਿਕ ਹੀ ਸਾਧੂ ਸਿੰਘ ਧਰਮਸੋਤ, ਮਤਲਬ ਸਾਧੂ ਹੀ ਬਣ ਗਏ ਨੇ, ਜਿੱਦਾਂ ਦੇ ਉਹ ਪ੍ਰਵਚਨ ਕਰ ਰਹੇ ਨੇ ਕਿ ਠੋਕਰਾਂ ਖਾ ਕੇ ਸਿੱਖਿਆ ਮੈਂ, ਚੇਂਜ ਆ ਗਈ ਹੈ ਮੇਰੇ ਦੇ ਵਿੱਚ। ਤੁਸੀਂ ਵੀ ਸੁਣਿਆ ਹੋਵੇਗਾ ਸੰਜੀਵ ਜੀ। ਇੱਕ ਗੱਲ ਦੇਖਣ ਵਾਲੀ ਹੈ ਕਿ ਜਿਹੜਾ ਮਾੜਾ ਸਮਾਂ ਹੁੰਦਾ ਨਾ, ਉਹ ਬੰਦੇ ਨੂੰ ਬਹੁਤ ਕੁਝ ਸਿਖਾ ਜਾਂਦਾ, ਬਹੁਤ ਕੁਝ ਸਿਖਾਉਂਦਾ ਹੈ। ਸੋ ਇਹਨਾਂ ਲਈ ਵੀ ਇਹ ਮਾੜਾ ਸਮਾਂ ਸੀਗਾ, ਕਿਉਂਕਿ ਦੇਖੋ ਜੀ, ਜਦੋਂ ਕਿਸੇ ਦੀ ਹੀਨ ਨਹੀਂ ਮੰਨਣੀ, ਕਦੋਂ ਅਫਸਰਾਂ ਨੂੰ ਹੁਕਮ ਦੇ ਦੇਣੇ। ਤੁਹਾਨੂੰ ਯਾਦ ਹੋਵੇਗਾ ਪਿੱਛੇ ਜਿਹੇ ਘਟਨਾ ਸੀਗੀ, ਮਤਲਬ ਕਾਫੀ ਸਾਲ ਹੋ ਕੇ ਘਟਨਾ ਸੀਗੀ, ਸਾਧੂ ਸਿੰਘ ਧਰਮਸੋਤ ਦਾ ਨਾਂ ਕਿਤੇ ਨਾ ਕਿਸੇ ਨੀਂਹ ਪੱਥਰ ਦੇ ਮਾਮਲੇ ਦੇ ਵਿੱਚ ਗਲਤ ਹੋ ਗਿਆ, ਤੇ ਉਹ ਕਹਿੰਦੇ ਜੀ ਅਫਸਰਸ਼ਾਹੀ ਦੀ ਆਹ ਰੇਲ ਬਣੀ। ਤੇ ਜਦੋਂ ਇਹ ਗ੍ਰਿਫਤਾਰ ਹੋਏ ਤੇ ਸੋਸ਼ਲ ਮੀਡੀਆ ਦੇ ਉੱਤੇ ਉਹ ਵੀਡੀਓ ਬੜੀ ਤੇਜ਼ੀ ਦੇ ਨਾਲ ਫੈਲੀ। ਇਹਦਾ ਮਤਲਬ ਇਹ ਸੀਗਾ ਕਿ ਜਦੋਂ ਤੁਸੀਂ ਅਫਸਰ ਹੁੰਦੇ ਆ, ਸ਼ਾਇਦ ਤੁਹਾਨੂੰ ਪਰਵਾਹ ਹੀ ਨਹੀਂ ਹੁੰਦੀ ਕਿਸੇ ਚੀਜ਼ ਦੀ, ਤੁਹਾਨੂੰ ਹੁੰਦਾ ਕਿ ਬਸ ਮੈਂ। ਫਿਰ ਸਾਰਿਆਂ ਨੂੰ ਪਤਾ ਸੀਗਾ ਵੀ ਹੁਣ ਜੇ ਇਹ ਦੋਸ਼ੀ ਹੋਣਾ ਆ ਗਏ ਆ, ਹੁਣ ਇਹਨਾਂ ਨੂੰ ਦੋਸ਼ੀ ਪਾਇਆ ਗਿਆ, ਇਹਦਾ ਮਤਲਬ ਇਹਨਾਂ ਨੂੰ ਉਦੋਂ ਪਤਾ ਸੀਗਾ ਕਿ ਉਦੋਂ ਵੀ ਦੋਸ਼ੀ ਸੀਗੇ। ਇੱਕ ਗੱਲ ਤਾਂ ਮੈਂ ਧਿਆਨ ਦੇ ਵਿੱਚ ਰੱਖਣ ਵਾਲੀ ਗੱਲ ਆ ਨਾ, ਹੁਣ ਇਹ ਉਦੋਂ ਦੋਸ਼ੀ ਸੀਗੇ ਇਹ, ਪਰ ਕੈਪਟਨ ਅਮਰਿੰਦਰ ਹੁਣਾਂ ਦੇ ਬੜੇ ਕਰੀਬੀ ਸੀਗੇ। ਤੇ ਫਿਰ ਕੈਪਟਨ ਅਮਰਿੰਦਰ ਹੁਣਾਂ ਨੇ ਕਹਿੰਦੇ ਸੀ ਜਿਹੜੀ ਫਾਈਲ ਆ ਉਹਨਾਂ ਦੇ ਕੋਲ, ਉਸ ਫਾਈਲ ਦੇ ਵਿੱਚ ਇਹਨਾਂ ਨੂੰ ਜਿਹੜਾ ਸਾਥ, ਮਤਲਬ ਇਹਨਾਂ ਦਾ ਨਾਂ ਕੱਟ ਦਿੱਤਾ ਸੀ, ਕਲੀਨ ਚਿੱਟ ਹੋ ਗਈ, ਕਲੀਨ ਚਿੱਟ ਹੋ ਗਏ। ਫਿਰ ਇਦਾਂ ਦੇ ਵਿੱਚ ਤੇ ਵੀ ਕਹਿੰਦੇ ਹੁੰਦੇ ਨਾ ਵੀ ਆਪਾਂ ਪੁੱਠੀਆਂ ਛਾਲਾਂ ਮਾਰ ਲਈਆਂ। ਫਿਰ ਹੁਣ ਦੂਸਰੇ ਬੰਨੇ ਇੱਕ ਗੱਲ ਇਹ ਵੀ ਦੇਖਣ ਵਾਲੀ ਆ ਕਿ ਜਿਹੜੀ ਰਾਜਨੀਤੀ ਆ, ਖਾਸ ਕਰਕੇ ਪੰਜਾਬ ਦੀ ਰਾਜਨੀਤੀ ਆ, ਉਹਦੇ ਵਿੱਚ ਇਦਾਂ ਹੀ ਲੋਕੀ ਟਰਾਂਸਫੋਰਮੇਸ਼ਨ ਹੋ ਕੇ ਨਿਕਲਦੇ ਆ। ਤੁਹਾਨੂੰ ਮਜੀਠੀਆ ਸਾਹਿਬ ਯਾਦ ਹੋਣੇ ਆ, ਟਰਾਂਸਫਾਰਮ ਹੋ ਗਏ। ਜਦੋਂ ਬਾਹਰ ਨਿਕਲੇ ਤਾਂ ਮਜੀਠੀਆ ਸਾਹਿਬ ਹੁਣਾਂ ਦੀ ਜਿਹੜੀਆਂ ਗੱਲਾਂ ਸੀਗੀਆਂ, ਉਹ ਹੀ ਬੜੀਆਂ ਕੁਝ ਹੋਰ ਤਰੀਕੇ ਦੀਆਂ ਗੱਲਾਂ ਸੀਗੀਆਂ। ਉਹ ਕਹਿੰਦੇ ਕਿ ਮੈਂ ਤੇ ਸ਼ੁਕਰਗੁਜ਼ਾਰ ਹਾਂ, ਜਿੱਦਾਂ ਉਹ ਬੋਲਦੇ ਹੁੰਦੇ ਆ, ਆਪਣੀ ਮਾਝੀ ਮਝੈਲ ਵਾਲੀ ਜ਼ੁਬਾਨ ਉਹਨਾਂ ਦੀ, ਤੇ ਬੜੀ ਪਿਆਰੀ ਜ਼ੁਬਾਨ ਆ। ਉਹਦੇ ਵਿੱਚ ਉਹ ਬੋਲਦੇ ਹੁੰਦੇ, ਕਹਿੰਦੇ ਹੁੰਦੇ ਮੈਂ ਕਹਿੰਦੇ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਮੈਨੂੰ ਰੱਬ ਦੇ ਨੇੜੇ ਲਾ ਦਿੱਤਾ। ਸਿੱਧੂ ਨੇ ਜਿੱਦਣ ਉਹ ਬਾਹਰ ਨਿਕਲੇ, ਉਹ ਕਹਿੰਦੇ ਵੀ ਜਿਨ੍ਹਾਂ ਨੇ ਮੈਨੂੰ ਫਸਾਇਆ ਸੀ, ਗੱਲ ਕਰਦੇ ਸੀਗੇ ਵੀ ਚੰਨੀ ਸਾਹਿਬ ਦੇ ਤੇ ਉਹਦੀ ਆਪਣੇ ਸਿੱਧੂ ਸਾਹਿਬ ਦੀ ਗੱਲ ਕਰਦੇ ਸੀ। ਉਹ ਕਹਿੰਦੇ ਵੀ ਇੱਕ ਤਾਂ ਹੁਣ ਆਪ ਨਹੀਂ ਪੰਜਾਬ 'ਚੋਂ ਲੱਭਦਾ, ਤੇ ਦੂਸਰਾ ਮੇਰੇ ਨਾਲ ਦਾ ਗਵਾਂਢ ਸੀ, ਉਹ ਕਿਤੇ ਕੰਧਾਂ 'ਚ ਸਿਰ ਮਾਰ ਰੋਣ ਡਿਆ ਆ। ਇਹ ਰੱਬ ਦੀ ਗੱਲ ਹੈ। ਤੇ ਤੁਸੀਂ ਦੇਖੋ ਵੀ ਇਹ ਮਜੀਠੀਆ ਸਾਹਿਬ ਦਾ ਟਰਾਂਸਫੋਰਮੇਸ਼ਨ ਹੈ। ਤੇ ਇਹ ਟਰਾਂਸਫੋਰਮੇਸ਼ਨ ਉਦੋਂ ਵੀ ਤੁਹਾਨੂੰ ਦੇਖਿਆ ਹੋਣਾ ਤੁਸੀਂ, ਜਦੋਂ ਇਲੈਕਸ਼ਨ ਦੇ ਕੰਢੇ ਜੇ ਕਹਿੰਦੇ ਸੀ ਜੀ ਭੱਜ ਗਏ, ਕਿਤੇ ਮਿਲਦੇ ਨਹੀਂ ਕਿਤੇ ਭੱਜਦੇ। ਫਿਰ ਇੰਟਰੀਮ ਬੇਲ ਮਿਲ ਗਈ ਸੀ ਇਹਨਾਂ ਨੂੰ ਥੋੜ੍ਹੇ ਦਿਨਾਂ ਲਈ ਵੀ, ਜਦੋਂ ਤੱਕ ਇਲੈਕਸ਼ਨ ਨਹੀਂ ਹੁੰਦੇ ਜੀ। ਬਿਲਕੁਲ। ਫਿਰ ਇੱਕ ਵੀਡੀਓ ਵਾਇਰਲ ਹੋ ਜਾਂਦੀ ਹੈ ਦਰਬਾਰ ਸਾਹਿਬ ਮੱਥਾ ਟੇਕਦਿਆਂ ਦੀ। ਉਹ ਇਹਨਾਂ ਦੇ PR ਮਸ਼ੀਨਰੀ ਨੂੰ ਮੈਨੂੰ ਲੱਗਦਾ ਹੁੰਦਾ, ਮੈਨੂੰ ਜਦੋਂ ਤੱਕ ਲੱਗਦਾ ਸੀ ਵੀ ਜਾਣ ਕੇ ਕੀਤੀ ਆ, ਵੀ ਲੋਕੀ ਕਹਿਣ ਵੀ ਉਹ ਤਾਂ ਦਰਬਾਰ ਸਾਹਿਬ ਖੁੱਲ੍ਹ ਕੇ ਮੱਥਾ ਟੇਕਣ ਡੇ ਆ, ਤੁਸੀਂ ਐਵੇਂ ਕਹੀ ਜਾਂਦੇ ਆ। ਫਿਰ ਜਦੋਂ ਪ੍ਰਗਟ ਹੋਏ, ਮਾਫ਼ ਕਰਨਾ, ਪ੍ਰਗਟ ਸ਼ਬਦ ਵੈਸੇ ਬੜਾ ਸੁੱਚਾ ਸ਼ਬਦ ਹੁੰਦਾ, ਪਰ ਹੁਣ ਕੀ ਕਰੀਏ। ਤੇ ਜਦੋਂ ਇਹ ਦੁਬਾਰਾ ਵਾਪਸ ਆਉਂਦੇ ਨੇ, ਤੇ ਉਦੋਂ ਫੇਰ ਦੁਬਾਰਾ ਉਹੀ ਗੱਲ ਨਿਕਲਦੀ ਆ ਸੰਜੀਵ ਜੀ। ਕਹਿੰਦੇ ਵੀ ਮੈਂ ਤੇ ਗੁਰੂ ਸਾਹਿਬ ਦੇ ਬਹੁਤ ਨੇੜੇ ਸੀਗਾ ਤੇ ਬਹੁਤ ਨੇੜੇ ਰਿਹਾ। ਇਹ ਗੱਲ ਜਿਹੜੀ ਆ, ਹੁਣ ਇੱਦਾਂ ਹੀ ਸਾਧੂ ਸਿੰਘ ਧਰਮਸੋਤ ਹੁਣਾਂ ਦੇ ਉੱਤੇ ਆ ਜਾਂਦਾ। ਮੈਂ ਬੜੀ ਸਾਰੀ ਤੁਹਾਨੂੰ ਭੂਮਿਕਾ ਬੰਨ ਕੇ ਗੱਲਾਂ ਦੱਸਣ ਡਿਆ ਆ, ਮਜ਼ਾ ਲੈ ਰਿਹਾ। ਤੇ ਹੁਣ ਇੱਦਾਂ ਸਾਧੂ ਸਿੰਘ ਧਰਮਸੋਤ ਆ, ਕਹਿੰਦੇ ਜੀ ਮੈਨੂੰ ਔਖਾ ਸਮਾਂ ਸੀ, ਮੈਨੂੰ ਬਹੁਤ ਕੁਝ ਸਿਖਾ ਦਿੱਤਾ। ਦੇਖੋ, ਤੁਹਾਡਾ ਸਮਾਂ ਔਖਾ ਹੋਵੇ, ਪਰ ਤੁਸੀਂ ਜੋ ਲੁੱਟ ਲਿਆ ਨਾ, ਤੁਸੀਂ ਪਰ ਦਰਖਤ ਦੇ ਪਿੱਛੇ 530 ਰੁਪਏ ਕੁਛ ਲੈਂਦੇ ਰਹੇ ਆ, ਉਹ ਆਪਣੇ ਆਪ ਦੇ ਵਿੱਚ ਬੜਾ ਇੱਕ ਕਹਿ ਲਓ ਕਿ ਤੁਸੀਂ ਜਦੋਂ ਲੁੱਟ ਲਿਆ, ਜਦੋਂ ਲੁੱਟੀ ਗਈ ਮੈਂ, ਤਾਂ ਫਿਰ ਕਹਿੰਦੇ ਹੁੰਦੇ ਨਾ, ਫਿਰ ਕੀ ਰੋਣੇ ਤੇ ਕੀ ਨਾ ਰੋਣੇ। ਇਹ ਸਾਧੂ ਸਿੰਘ ਧਰਮਸੋਤ ਹੁਣਾਂ ਦੀ ਗੱਲ ਹੈ। ਬਾਕੀ ਜਿਹੜੀ ਗੱਲ ਰਹੀ ਆ ਵੀ ਹੁਣ ਗਿਆਨ ਦੇਣਾ, ਫਿਰ ਕਹਿੰਦੇ ਨਾ ਵੀ ਗਿਆਨ ਤੇ ਕੋਈ ਵੀ ਵੰਡ ਸਕਦਾ। ਗਿਆਨ ਦੇ ਮੁਤਾਬਿਕ ਤੁਸੀਂ ਆਪ ਆਪਣਾ ਜੀਵਨ ਚਲਾਉਂਦੇ ਹੋ ਕਿ ਨਹੀਂ। ਹੁਣ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਸੁਧਰ ਗਏ, ਤੁਹਾਨੂੰ ਲੱਗਦਾ ਕਿ ਮੈਂ ਠੋਕਰ ਖਾ ਕੇ ਸਿੱਖ ਲਿਆ, ਜੇ ਤੁਹਾਨੂੰ ਇਹ ਪਤਾ ਹੈ ਕਿ ਤੁਸੀਂ ਇਹ ਪਰ ਦਰਖਤ 500 ਰੁਪਏ ਜਾਂ 530 ਰੁਪਏ ਲਿੱਤੇ ਹੋਏ ਨੇ, ਤਾਂ ਉਹ ਜਾਇਦਾਦ ਕਿੱਥੇ ਹੈ? ਕੱਢੋ ਬਾਹਰ ਤੇ ਉਹ ਵਾਪਸ ਕਰ ਦਿਓ ਗਵਰਨਮੈਂਟ ਦੇ ਖਜ਼ਾਨੇ। ਅੰਗਰੇਜ਼ੀ 'ਚ ਇੱਕ ਕਹਾਵਤ ਵੀ ਬੜੀ ਸੋਹਣੀ ਆ, ਕਹਿੰਦੇ ਜੀ ਬੀ ਦਾ ਚੇਂਜ ਦੈਟ ਯੂ ਵਾਂਟ ਟੂ ਸੀ ਇਨ ਦਾ ਵਰਲਡ। ਸਹੀ ਗੱਲ ਹੈ ਵੀ ਤੁਸੀਂ ਜਿਹੜਾ ਜੋ ਦੁਨੀਆ ਦੇ ਵਿੱਚ ਚੇਂਜ ਦੇਖਣ ਨੂੰ ਪਹਿਲਾਂ ਆਪਣੇ 'ਚ ਲੈ ਕੇ ਆਓ। ਹੁਣ ਉਹ ਚੀਜ਼ਾਂ ਜਿਹੜੀਆਂ ਨੇ, ਇਹ ਕਹਿਣ ਨੂੰ ਤਾਂ ਸੋਹਣੀਆਂ ਲੱਗਦੀਆਂ, ਪੋਲੀਟੀਸ਼ੀਅਨ ਆ ਕੇ ਸਟੇਜ ਦੇ ਉੱਤੇ ਥਾਪੜ ਹਿੱਕ ਠੋਕ ਕੇ ਕਹਿ ਦਿੰਦੇ ਆ, ਪਰ ਜਦੋਂ ਲਾਉਣੀਆਂ ਹੁੰਦੀਆਂ ਨਾ ਸੰਜੀਵ ਜੀ, ਉਦੋਂ ਫਿਰ ਇਦਾਂ ਹੀ ਹੁੰਦਾ। ਗੱਲ ਇਹ ਹੈ ਨਾ, ਹੁਣ ਦੇਖੋ ਬਿਲ ਗੇਟਸ ਹੋ ਗਏ ਜਾਂ ਇਦਾਂ ਦੇ ਅਮੀਰ ਆਦਮੀ ਹੋ ਗਏ ਜਿਹੜੇ ਬਾਹਰ ਬੈਠੇ ਨੇ, ਆਪਣੀ 90% ਤੱਕ ਜਾਇਦਾਦ ਜਿਹੜੇ ਨੇ ਉਹ ਦਾਨ ਕਰ ਦਿੰਦੇ, ਕਿਸੇ ਟਰਸਟ ਨੂੰ ਦੇ ਜਾਂਦੇ, ਟਰਸਟ ਨੂੰ ਦੇ ਦਿੰਦੇ ਨੇ ਕਿ ਮੈਂ ਕਿੰਨਾ ਖਰਚ ਕਰ ਲਾਂਗਾ। ਇਹਨਾਂ ਨੂੰ ਕਹੋ ਤੁਸੀਂ ਵੀ ਦੇ ਦਿਓ,
ਜੇ ਤੁਸੀਂ ਇਦਾਂ ਕਮਾਏ ਨੇ, ਤੁਹਾਨੂੰ ਲੱਗਦਾ ਕਿ ਠੋਕਰ ਖਾਣ ਤੋਂ ਬਾਅਦ ਤੁਸੀਂ ਸੁਧਰ ਗਏ ਹੋ, ਤੁਹਾਡੇ 'ਚ ਬਦਲਾਅ ਆ ਗਿਆ। ਨਾ ਵੀ ਇਹ ਸੁਧਰਿਆ ਤਾਂ ਕਹਿੰਦੇ ਨੇ ਵੀ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ, ਇਹ ਸਿਰਫ ਉਹੀ ਆ। ਇੱਕ ਵਾਰੀ ਇਦਾਂ ਹੀ ਡਿਬੇਟ ਹੋ ਰਹੀ ਸੀ, ਗੱਲਬਾਤ ਕਰ ਰਹੇ ਸੀ, ਤੇ ਇੱਕ ਬੜੇ ਸਮਾਜ ਪੱਖੀ ਕਹਿੰਦੇ ਜਿਹੜੀ ਸਾਰੀ ਜਾਇਦਾਦਾਂ ਨੇ ਲੋਕਾਂ ਦੀਆਂ ਬਰਾਬਰ ਸਾਰੇ ਸਮਾਜ ਵਿੱਚ ਵੰਡ ਦੇਣੀਆਂ ਚਾਹੀਦੀਆਂ ਨੇ, ਉਹਦੇ ਨਾਲ ਸਮਾਜ ਫਿਰ ਇਕੁਅਲ ਹੋ ਜਾਏਗਾ। ਇਹ ਵੈਸੇ ਥਿਊਰੀ ਆਫ ਮਾਰਕਸਿਸਟ ਵੀ ਕਹਿੰਦੀ ਹੈ। ਮਾਰਕਸਿਸਟ ਦੀ ਥਿਊਰੀ ਇਹੀ ਹੈ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਚਲੋ ਫਿਰ ਸ਼ੁਰੂਆਤ ਤੁਹਾਡੇ ਤੋਂ ਕਰਦੇ ਆ। ਤੁਸੀਂ ਇਦਾਂ ਕਰੋ, ਆਪਣੀ ਜਾਇਦਾਦ ਸਾਰੇ ਰਿਸ਼ਤੇਦਾਰਾਂ 'ਚ ਬਰਾਬਰ ਵੰਡੋ। ਪਾਰਟੀ ਵਰਕਰਸ ਦੀ ਤਾਂ ਮੈਂ ਗੱਲ ਨਹੀਂ ਕਰਦਾ, ਤੁਸੀਂ ਪੋਲੀਟੀਕਲ ਪਾਰਟੀ 'ਚੋਂ ਹੋ, ਪਾਰਟੀ ਵਰਕਰਸ ਦੀ ਆਪਾਂ ਗੱਲ ਨਹੀਂ ਕਰਾਂਗੇ ਕਿਉਂਕਿ ਉਹ ਵੀ ਤੁਹਾਡਾ ਪਰਿਵਾਰ ਹੀ ਹੋ ਜਾਂਦਾ ਹੈ। ਪਰ ਫਿਰ ਵੀ ਮੈਂ ਕਹਿੰਦਾ ਕਿ ਤੁਸੀਂ ਆਪਣੇ ਪਰਿਵਾਰ ਤੋਂ ਸ਼ੁਰੂ ਕਰੋ, ਰਿਸ਼ਤੇਦਾਰਾਂ 'ਚ ਆਪਣੀ ਸਾਰੀ ਜਾਇਦਾਦ ਬਰਾਬਰ ਵੰਡ ਦਿਓ, ਇੱਕ ਲੋਕਾਂ ਦੇ ਸਾਹਮਣੇ ਉਦਾਹਰਣ ਪੇਸ਼ ਕਰੋ, ਫਿਰ ਉਸ ਤੋਂ ਬਾਅਦ ਅੱਗੇ ਤੁਰਦੇ ਆ। ਨਹੀਂ ਇਦਾਂ ਥੋੜਾ ਹੁੰਦਾ, ਇਦਾਂ ਥੋੜਾ। ਮੈਂ ਕਹਿੰਦਾ ਫਿਰ ਕਿੱਦਾਂ ਹੁੰਦਾ? ਜੇ ਸਾਰੇ ਦੇਸ਼ ਦੀ ਵੰਡੋ ਤਾਂ ਠੀਕ ਹੈ, ਪਹਿਲਾਂ ਸ਼ੁਰੂਆਤ ਤੇ ਕਰੋ ਨਾ ਕਿਸੇ ਨੂੰ ਤਾਂ ਸ਼ੁਰੂਆਤ ਕਰਨੀ ਪੈਣੀ ਹੈ। ਨਹੀਂ, ਤੁਹਾਨੂੰ ਪਤਾ ਪੂਰੇ ਦੇਸ਼ 'ਚ ਹੋ ਨਹੀਂ ਸਕਦਾ, ਇਸ ਕਰਕੇ ਗੱਲ ਕੀਤੀ ਜਾ ਸਕਦੀ ਹੈ, ਪਰ ਤੁਹਾਡੇ ਉੱਤੇ ਲਾਗੂ ਕੀਤੀ ਜਾ ਸਕਦੀ ਹੈ। ਤੁਸੀਂ ਵੰਡ ਸਕਦੇ ਹੋ, ਤੁਸੀਂ ਵੰਡਣੀ ਨਹੀਂ। ਪਰ ਗੱਲ ਇਹ ਹੈ ਨਾ ਵੀ ਗੱਲਾਂ ਦਾ ਕੜਾਹ ਬਣਾਉਣਾ ਤੇ ਫਿਰ ਮਿੱਠਾ ਥੋੜਾ ਕਿਉਂ ਪਾਉਣਾ? ਸਹੀ ਗੱਲ ਹੈ। ਹਾਂ, ਤੇ ਆਪਾਂ ਵੀ ਗੱਲਾਂ ਕਰਦੇ, ਫਿਰ ਆਪਾਂ ਅੱਗੇ ਚੱਲੀਏ। ਸੋ ਖੈਰਾ ਸਾਹਿਬ, ਹੁਣ ਆਪਾਂ ਅੱਗੇ ਤੁਰਦੇ ਹਾਂ। ਤੁਸੀਂ ਬਿਲਕੁਲ ਠੀਕ ਕਿਹਾ, ਕਿਉਂਕਿ ਪਾਣੀ ਵਗਦਾ ਹੋਇਆ ਚੰਗਾ ਲੱਗਦਾ ਹੈ, ਜੇ ਪਾਣੀ ਖੜ ਜਾਵੇ ਤਾਂ ਉਹਦੇ 'ਚ ਛੜਾਂ ਆਉਣ ਲੱਗ ਪੈਂਦੀ ਹੈ। ਤਾਂ ਹੁਣ ਪਾਣੀ ਦੀ ਗੱਲ ਹੀ ਆਪਾਂ ਕਰਦੇ ਹਾਂ। SYL ਦਾ ਮੁੱਦਾ ਹੈ ਜਿਹੜਾ ਪੰਜਾਬ ਦਾ ਤੇ ਹਰਿਆਣੇ ਦਾ ਝਗੜਾ, ਉਧਰੋਂ ਰਾਜਸਥਾਨ ਨਾਲ ਵੀ ਥੋੜੀ ਬਹੁਤ ਗੱਲਬਾਤ ਚੱਲਦੀ ਹੈ ਇਸ ਬਾਰੇ। ਹੁਣ ਹੈ ਤਾਂ ਕੁਦਰਤੀ ਸੋਮਾ, ਕੁਦਰਤ ਨੇ ਤਾਂ ਪਾਣੀ ਭੇਜੀ ਜਾਣਾ, ਅਸੀਂ ਆਪਸ 'ਚ ਲੜੀ ਜਾਈਏ, ਜੋ ਮਰਜ਼ੀ ਕਰੀਏ, ਪਰ ਸਮਝਦਾਰੀ ਨਾਲ ਗੱਲ ਕਰਨੀ ਪਏਗੀ, ਸਮਝਦਾਰੀ ਨਾਲ ਕੰਮ ਕਰਨਾ ਪਏਗਾ, ਤਾਂ ਜਾ ਕੇ ਨਜਿੱਠਾਂਗੇ ਇਸ ਮਾਮਲੇ ਨੂੰ। ਤੇ ਕੋਰਟ ਨੇ ਤਾਂ ਬਹੁਤ ਪਹਿਲਾਂ ਹੀ ਆਰਡਰਸ ਕਰ ਦਿੱਤੇ ਸੀ ਬਈ ਦੋਵਾਂ ਧਿਰਾਂ ਦੇ ਮੁੱਖ ਮੰਤਰੀ, ਦੋਵੇਂ ਸਰਕਾਰਾਂ ਦੇ ਮੁੱਖ ਮੰਤਰੀ ਬਹਿ ਕੇ ਆਪਸ 'ਚ ਬਹਿ ਕੇ ਆਪਣੀ ਟੀਮ ਦੇ ਨਾਲ ਸਾਰੀ ਗੱਲਬਾਤ ਕਰੋ ਔਰ ਮਾਮਲਾ ਨਜਿੱਠੋ। ਪਰ ਜੇ ਸਾਡੇ ਕੋਲ ਆ ਗਿਆ ਸਾਰਾ ਮਾਮਲਾ ਤੇ ਇੱਕ ਵਾਰੀ ਉੱਤੋਂ ਆਰਡਰ ਹੋ ਗਏ ਤੇ ਫਿਰ ਤਾਂ ਤੁਹਾਨੂੰ ਕੋਰਟ ਦੇ ਆਰਡਰਸ ਮੰਨਣੇ ਹੀ ਪੈਣਗੇ, ਉਹਦੇ ਮੁਤਾਬਿਕ ਚੱਲਣਾ ਪੈਣਾ। ਸੰਜੀਵ ਜੀ, ਕੋਈ ਵੀ ਦੁਨੀਆ ਦਾ ਮੁੱਦਾ, ਇਹ ਨਹੀਂ ਕਿ ਆਪਣਾ ਪੰਜਾਬ ਵਾਲਾ ਮੁੱਦਾ ਆ ਜਾਂ ਫਿਰ ਸਤਲੁਜ ਯਮਨਾ ਲਿੰਕ ਨਹਿਰ ਦਾ ਮੁੱਦਾ ਆ, ਕੋਈ ਵੀ ਮੁੱਦਾ ਜੇ ਉਹ ਮੁੱਦਾ ਟੇਬਲ ਤੇ ਨਹੀਂ ਜਿੰਨਾ ਚਿਰ ਆਉਂਦਾ ਨਾ, ਉਹਦਾ ਹੱਲ ਕੋਈ ਨਹੀਂ ਹੁੰਦਾ। ਕੋਈ ਹੱਲ ਨਹੀਂ ਹੈ ਨਾ। ਤੁਸੀਂ ਦੁਨੀਆ ਦੀਆਂ ਲੜਾਈਆਂ ਦੇਖ ਲਓ, ਵਿਸ਼ਵ ਯੁੱਧ ਦੇਖ ਲਓ, ਬਹੁਤ ਲੋਕਾਂ ਨੇ ਗਵਾ ਦਿੱਤਾ, ਪਰ ਜਦੋਂ ਤੱਕ ਉਹ ਟੇਬਲ ਟਾਕ ਨਹੀਂ ਹੋਈ ਉਦੋਂ ਤੱਕ ਅਸੀਂ ਉਸ ਨੂੰ ਨਜਿੱਠਿਆ ਨਹੀਂ ਹੈਗਾ। ਹਥਿਆਰ ਜਿੰਨੇ ਵੀ ਪਾਵਰਫੁਲ ਹੋ ਜਾਣ, ਪਰ ਹਥਿਆਰਾਂ ਨੂੰ ਚਲਾਉਣਾ ਤੇ ਹਥਿਆਰਾਂ ਨੂੰ ਰੋਕਣਾ ਦੋਹੇ ਟੇਬਲ ਤੋਂ ਸ਼ੁਰੂ ਹੁੰਦਾ ਆ। ਸੋ ਇਹ ਵੀ ਮੁੱਦਾ ਕੋਈ ਖਾਸ ਨਹੀਂ ਹੈਗਾ। ਦੇਖੋ, ਜਦੋਂ ਅਸੀਂ ਕਹਿੰਦੇ ਆ ਕਿ ਅਸੀਂ ਮੋਰਚਾ ਲਾਇਆ ਸੀ, ਕਿਸਾਨੀ ਵਾਲਾ ਮੋਰਚਾ ਜਦੋਂ ਅਸੀਂ ਲਾ ਕੇ ਬੈਠੇ ਸੀਗੇ, ਤਾਂ ਉਦੋਂ ਉਹੀ ਮੈਜੋਰਿਟੀ ਲੀਡਰ, ਜਿਹੜੇ ਉਹੀ ਮੈਜੋਰਿਟੀ ਲੋਕ ਹਰਿਆਣੇ ਵਾਲੇ ਸਾਡੇ ਭਰਾ ਜਿਨ੍ਹਾਂ ਨੇ ਪਾਣੀ ਲਈ ਲੜਦੇ ਸੀਗੇ, ਉਹ ਪਾਣੀ ਲਈ ਲੜਦੇ ਸੀਗੇ ਤੇ ਅਸੀਂ ਵੀ ਲੜਦੇ ਸੀ ਪਾਣੀ ਲਈ। ਅਸੀਂ ਉੱਥੇ ਜਾ ਕੇ ਬੈਠ ਗਏ ਸੀ ਨਾ, ਪਰ ਸਾਡੀ ਇੱਕ ਉਹਦੇ ਵਿੱਚ ਕੜੀ ਸੀ ਕਿਸਾਨੀ ਤੇ ਕਿਸਾਨੀ। ਸਾਡਾ ਲਾਈਫ ਸਟਾਈਲ ਉਹਦੇ ਤੇ ਆ, ਅਸੀਂ ਉਹਦੇ ਤੇ ਜਿਉਂਦੇ ਆ। ਇਹ ਮੁੱਦਾ ਕੁਛ ਨਹੀਂ ਹੈਗਾ। ਹੁਣ ਵੀ ਇਹ ਮੁੱਦਾ ਜਿਹੜਾ ਆ, ਇਹਨੂੰ ਪੋਲੀਟੀਕਲ ਸ਼ੈ ਜਿਹੜੀ ਆ, ਪੋਲੀਟੀਕਲ ਤੀਲੀ ਲਾਉਣੀ ਜਿਹੜੀ ਆ ਨਾ, ਉਹ ਸ਼ੁਰੂ ਕਰ ਦਿੱਤੀ ਹੈ। ਸਹੀ ਹੈ। ਤੁਸੀਂ ਦੇਖ ਲਓ, ਕੈਪਟਨ ਅਮਰਿੰਦਰ ਹੁਣੀ ਵੱਖਰੀ ਤੀਲੀ ਲਾਈ ਜਾਂਦੇ ਆ, ਸੁਖਬੀਰ ਬਾਦਲ ਹੁਣੀ ਤੇ ਉਹਨਾਂ ਦਾ ਜਿਹੜਾ ਆਣਾ ਲਾਣਾ ਸਾਰਾ ਉਹ ਵੱਖਰੀ ਕਹਿੰਦੇ ਜੀ ਪਾਣੀ ਦੀ ਇੱਕ ਬੂੰਦ ਨਹੀਂ ਜਾਣ ਦੇਣੀ। ਤੁਸੀਂ ਆਪਣੇ ਪਾਣੀ ਘਰ ਜਮ੍ਹਾਂ ਕਰ ਲਓ, ਜਿਵੇਂ ਤਾਂ ਤੁਸੀਂ ਆਪਣੀ ਗੱਲ 'ਚ ਕਹਿ ਦਿੱਤਾ ਹੋ ਕਿ ਪਾਣੀ ਤੋਂ ਵੀ ਪਾਣੀ ਦਾ ਅਸੂਲ ਆ, ਉਹਨੇ ਚੜ੍ਹਦੇ ਤੋਂ ਉੱਚੇ ਤੋਂ ਨਿਵਾਣ ਵਾਲੀ ਵਹਿਣਾ ਆ, ਇਹ ਅਸੂਲ ਆ। ਹੁਣ ਪਾਣੀ ਨੂੰ ਅਸੀਂ ਡੱਕ ਨਹੀਂ ਸਕਦੇ ਹੈਗੇ। ਇਹਦੇ ਬੜੇ ਸਾਰੇ ਹੱਲ ਕੀਤੇ ਜਾ ਸਕਦੇ। ਦੇਖੋ, ਬੜੇ ਨੌਜਵਾਨ ਕਹਿੰਦੇ ਜੀ ਸਿੱਧੂ ਮੂਸੇ ਵਾਲੇ ਦਾ ਗਾਣਾ ਜਿਹੜਾ ਉਹ ਚੰਗਾ ਨਹੀਂ ਹੈਗਾ, ਗਾਣਾ ਉਹਦਾ ਭੜਕਾਊ ਹੋਊਗਾ ਨਾ। ਹੋ ਸਕਦਾ ਗਾਣਾ ਭੜਕਾਊ ਹੋਵੇ ਇਸ ਵੇਲ ਦੇ ਉੱਤੇ, ਪਰ ਉਹਨੇ ਅਖੀਰਲੇ ਪੈਰਿਆਂ ਦੇ ਵਿੱਚ ਗੱਲਾਂ ਕੀਤੀਆਂ। ਕਹਿੰਦੇ ਜੀ ਦੇਖੋ, ਜੇ ਤੁਸੀਂ ਕਹਿੰਦੇ ਆ ਤੁਸੀਂ ਮੰਗੋਗੇ ਤਾਂ ਜੀ ਸੱਦ ਕੇ ਲੈ ਜਾਓ, ਵੀ ਜੇ ਅਸੀਂ ਕਹੀਏ ਇਹਨੂੰ ਪੋਲੀਟੀਕਲ ਰੰਗ ਦੇ ਕੇ ਫਲਾਨਾ ਕਰੇ ਕਿ ਮੈਂ ਨਹੀਂ ਦੇਣਾ, ਫਲਾਨਾ ਕਰੇ ਮੈਂ ਨਹੀਂ ਦੇਣਾ, ਤੇ ਫਿਰ ਲੜਾਈਆਂ ਸਿਰ ਪਾਟਣੇ ਆ। ਜੇ ਅਸੀਂ ਇਹਨੂੰ ਪੋਲੀਟੀਕਲ ਰੰਗਣ ਤੋਂ ਬਿਨਾਂ ਵੀ ਚਲੋ ਇੰਨੀ ਲੋੜ ਸਾਨੂੰ ਵੀ ਟ੍ਰਿਕ ਦੀ ਆ, ਕਿਉਂਕਿ ਹੁਣ ਦੇਖੋ ਪੰਜਾਬ ਨੂੰ ਵੀ ਬਹੁਤ ਵੱਡੀ ਲੋੜ ਆ। ਬਿਲਕੁਲ ਹੈ। ਪੰਜਾਬ ਇੱਕ ਕਹਿੰਦੇ ਹੁੰਦੇ ਨਾ ਵੀ ਜਿਹੜਾ ਪਾਣੀ ਇੱਥੇ ਪਹਿਲਾਂ ਆਉਂਦਾ ਉਹ ਉਸ ਦਾ ਉੱਤੇ ਥੋੜਾ ਹੱਕ ਜ਼ਿਆਦਾ ਹੁੰਦਾ, ਸੋ ਇਸ ਕਰਕੇ ਪੰਜਾਬ ਨੂੰ ਉਹਦੀ ਜ਼ਿਆਦਾ ਲੋੜ ਹੈ। ਇਸ ਤੋਂ ਬਾਅਦ ਤੁਹਾਡੀ ਲੋੜ ਆ, ਤੁਸੀਂ ਉਸ ਨੂੰ ਕਰ ਲਓ। ਅਦਰਵਾਈਜ਼ ਮੈਂ ਦੱਸਿਆ ਕਿ ਜਦੋਂ ਹੁਣ ਪਹਿਲਾਂ ਹੁੰਦਾ ਸੀ ਜੀ ਇਰੀਗੇਸ਼ਨ ਜਿਹੜਾ ਸੀਗਾ ਉਹ ਕੈਨਲ ਇਰੀਗੇਸ਼ਨ ਹੁੰਦੀ ਸੀਗੀ, ਹੁਣ ਕੈਨਲ ਇਰੀਗੇਸ਼ਨ ਦੇ ਉੱਤੇ ਅਸੀਂ ਡਿਪੈਂਡੈਂਟ ਰਹੀ ਰਹੇ। ਇਹ ਤੇ ਪੰਜਾਬ ਦੇ ਵਿੱਚ ਵੀ ਤੁਸੀਂ ਦੇਖ ਲਓ, ਆ ਹੁਣ ਥੋੜ੍ਹੇ ਜਿਹੇ ਕਰੋੜਾਂ ਰੁਪਈਏ ਲਾ ਕੇ ਜਿਹੜੇ ਉਹ ਸਾਡੇ ਕੋਲੇ ਵਰਲਡ ਵਾਈਡ ਜਿਹੜੀ ਸਾਡੇ ਕੋਲੇ ਆਉਂਦੀ ਆ, ਕਿਉਂਕਿ ਉਹ ਕੈਨਲ ਜਿਹੜੇ ਨੇ ਉਹ ਦੁਨੀਆ ਦੇ ਵਿੱਚ ਉਹ ਕਹਿੰਦੇ ਜੀ ਰਿਵਾਈਵ ਕਰਨੇ ਆ। ਫਿਰ ਉਹ ਜਿਹੜਾ ਆਉਂਦਾ ਸਾਡੇ ਕੋਲ ਯੂਨੈਸਕੋ ਵੱਲੋਂ ਆਉਂਦਾ, UN ਵੱਲੋਂ ਆਉਂਦਾ, ਉਹ ਅਸੀਂ ਹੁਣ ਲੱਗਿਆ ਸਾਡੇ ਪੂਰੇ ਭਾਰਤ ਦੇ ਵਿੱਚ ਪੈਸਾ, ਤੇ ਅਸੀਂ ਉਹ ਲਾ ਕੇ ਦਿਖਾਈ ਜਾਂਦੇ ਹਾਂ ਕਿ ਅਸੀਂ ਰਿਵਾਈਵ ਕਰ ਦਿੱਤੀਆਂ। ਨਹੀਂ ਤੇ ਉਹੀ ਨਹਿਰਾਂ ਸੀਗੀਆਂ ਜਿਹੜੀਆਂ ਕਈ ਸਾਲਾਂ ਤੋਂ ਪਈਆਂ ਚੱਲੀ ਜਾ ਰਹੀਆਂ, ਆਜ਼ਾਦੀ ਤੋਂ ਪਹਿਲਾਂ ਵੀ ਸੀਗੀਆਂ। ਹੁਣ ਦੇਖੋ 1982 ਵਾਲਾ ਟੱਕ, ਜਿਹੜਾ 1982 ਕਪੂਰੀ ਪਿੰਡ ਦੇ ਕੋਲ ਟੱਕ ਲੱਗਣਾ ਸੀਗਾ, ਉਹ ਟੱਕ ਉਦੋਂ ਵੀ ਰੋਕਿਆ ਗਿਆ ਸੀਗਾ।
ਉਦੋਂ ਵੀ ਉੱਤੇ ਪੋਲੀਟੀਕਲੀ ਗੱਲ ਹੋਈ ਸੀਗੀ। ਜੇ ਉਦੋਂ ਹੀ ਲੋਕ ਸਿਆਣੇ ਹੁੰਦੇ, ਉਦੋਂ ਕਾਂਗਰਸ ਦੀ ਸੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਸੀ, ਉਦੋਂ ਹੀ ਸਿਆਣੇ ਹੁੰਦੇ ਤਾਂ ਉਸ ਨੂੰ ਮਸਲੇ ਨੂੰ ਹੱਲ ਕਰ ਦਿੰਦੇ। ਪਰ ਸਾਡਾ ਪੋਲੀਟੀਕਲ ਸਿਸਟਮ ਇਦਾਂ ਆ, ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇਦਾਂ ਦਾ ਸਿਸਟਮ ਆ, ਅਸੀਂ ਮੁੱਦੇ ਪੈਦਾ ਕਰਦੇ ਆ, ਮੁੱਦੇ ਪੈਦਾ ਕਰਕੇ ਉਹਨਾਂ ਤੇ ਸਾਰਾ ਉਮਰ ਅਸੀਂ ਰਾਜਨੀਤੀ ਕਰਦੇ ਆ ਤੇ ਰੋਟੀਆਂ ਸੇਕ ਲੈਂਦੇ ਆ। ਇਹ ਵੀ ਮੁੱਦਾ ਪੰਜਾਬ ਦੇ ਵਿੱਚ ਨਾ, ਕਿਉਂਕਿ ਉਦੋਂ ਪੰਜਾਬ ਦੇ ਵਿੱਚ 82 ਵਾਲਾ ਤੁਹਾਨੂੰ ਪਤਾ ਹੈ ਕਿ ਹਾਲਾਤ ਥੋੜ੍ਹੇ ਜਿਹੇ ਟੇਢੇ ਮੇਢੇ ਸੀਗੇ, ਉਹਨਾਂ ਹਾਲਾਤਾਂ ਤੋਂ ਪ੍ਰੋਪੇਗੈਂਡਾ ਕਰਨ ਦੇ ਲਈ ਇਸ ਕਪੂਰੀ ਵਾਲੇ ਟੱਕ ਨੂੰ ਲਾਇਆ। ਪਰ ਮੈਂ ਉਦੋਂ ਸੱਦ ਕੇ ਜਾਣਾ, ਸਾਡੇ ਪੰਜਾਬੀਆਂ ਦੇ ਉੱਤੇ ਬੜੇ ਮਾਰੇ ਮੋਰਚੇ ਲੱਗੇ। ਸ਼੍ਰੋਮਣੀ ਅਕਾਲੀ ਦਲ ਦਾ ਕਹਿ ਲਈਏ, ਜਿਹੜੇ ਉਸ ਸਮੇਂ ਨਿਰੋਲ ਸ਼੍ਰੋਮਣੀ ਅਕਾਲੀ ਦਲ ਸੀਗੀ, ਉਹਨਾਂ ਦਾ ਵੀ ਬੜਾ ਵੱਡਾ ਹੱਥ ਸੀਗਾ। ਅੱਜ ਕੱਲ੍ਹ ਤੇ ਅਸੀਂ ਦੇਖਿਆ ਸਿਵਾਏ ਰਾਜਨੀਤੀ ਤੋਂ ਕੋਈ ਨਹੀਂ ਹੁੰਦਾ। ਬਿਲਕੁਲ ਸਹੀ ਗੱਲ ਹੈ, ਕਿਉਂਕਿ 1966 ਦੇ ਵਿੱਚ ਹੀ ਪੰਜਾਬ ਦਾ ਬਟਵਾਰਾ ਹੁੰਦਾ ਭਾਸ਼ਾ ਦੇ ਆਧਾਰ ਦੇ ਉੱਤੇ। ਹਰਿਆਣਾ ਤੇ ਹਿਮਾਚਲ ਅਲੱਗ ਬਣਦੇ ਨੇ ਜੀ। ਹਿਮਾਚਲ ਉਹਦਾ ਖੈਰ ਬਹੁਤ ਹੀ ਪਾਣੀ ਹੈ, ਨੈਚੁਰਲ ਰਿਸੋਰਸਿਸ ਬਹੁਤ ਨੇ ਉੱਥੇ। ਹੁਣ ਉਦੋਂ ਤੱਕ ਵੀ ਜਦੋਂ ਤੱਕ ਪੰਜਾਬ ਦਾ ਬਟਵਾਰਾ ਨਹੀਂ ਹੋਇਆ ਸੀ, ਪਾਣੀ ਇਹੀ ਸੀਗਾ ਨਾ, ਪਾਣੀ ਇਹੀ ਸੀਗਾ ਜੀ। ਤੇ ਹੁਣ ਜਾ ਕੇ ਇੱਕ ਬੂੰਦ ਨਹੀਂ ਜਾਣ ਦੇਣੀ। ਹੁਣ ਦੱਸੋ ਇਹ ਕੋਈ ਬਿਆਨ ਹੈ? ਇੱਕ ਬੂੰਦ ਨਹੀਂ ਜਾਣ ਦੇਣੀ। ਉਹ ਰੱਬ ਦੇ ਬੰਦੇ ਨਹੀਂ ਹੈਗੇ, ਉਹ ਭਾਰਤ ਦੇ ਵਾਸੀ ਨਹੀਂ ਹੈਗੇ, ਉੱਥੇ ਬੱਚੇ ਨਹੀਂ ਹੈਗੇ। ਜੀ ਇਹੀ ਤਾਂ ਆਪਾਂ ਡਿਸਕਸ ਕਰ ਰਹੇ ਹਾਂ ਕਿ ਇਹ ਗੱਲ, ਪਤਾ ਗੱਲ ਕੀ, ਜਦੋਂ ਕਹਿੰਦੇ ਹੁੰਦੇ ਨਾ ਕੜਾਮ ਚੌਧਰੀ ਆ ਕੇ ਕਹਿ ਦਿੰਦੇ, ਅੱਗ ਲਾ ਦਿੰਦੇ ਵੀ ਨਾ ਜੀ ਤੁਹਾਡਾ ਤਾਂ ਕੱਲ੍ਹ ਨੂੰ ਕੁਝ ਰਹਿਣਾ ਨਹੀਂ, ਤੁਸੀਂ ਕੁਝ ਕਰਨਾ ਨਹੀਂ। ਦੇਖੋ ਇੱਕ ਬੰਨੇ ਤਾਂ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਸਾਡੇ ਗੁਰਦੁਆਰਾ ਸਾਹਿਬ 'ਚ ਹੁੰਦੀ ਹੈ, ਰੋਜ਼ ਸਵੇਰ ਨੂੰ ਅਸੀਂ ਕੀ ਕਹਿੰਦੇ, ਸਰਬੱਤ ਦੇ ਭਲੇ ਦੀ ਅਰਦਾਸ, ਜਿਹੜਾ ਜੋ ਸੁਣੇ ਸੋਈ ਰਾਜੀ ਹੋਵੇ। ਅਸੀਂ ਤਾਂ ਦੀਆਂ ਅਰਦਾਸਾਂ ਕਰਦੇ, ਜੋ ਜੀ ਹੋਵੇ ਸੋ ਰਾਜੀ ਜਾਵੇ, ਹੈ ਨਾ। ਮਤਲਬ ਅਸੀਂ ਉਹ ਕੌਮ ਆ ਜਿਹੜੀ ਆਪਣੇ ਤੋਂ ਪਹਿਲਾਂ ਖਲਕਤ ਨੂੰ ਵੇਖਦੀ ਹੈ, ਚਾਹੇ ਅਸੀਂ ਸੀਸ ਦਿੰਦੇ ਹਾਂ। ਅਸੀਂ ਉਹੀ ਕਹਿੰਦੇ ਕਿ ਹਮੇਸ਼ਾ ਸਾਡਾ ਕਲਚਰ ਆ, ਚਾਹੇ ਕੋਈ ਵੀ ਕੌਮ ਹੈ, ਚਾਹੇ ਹਿੰਦੂ ਆ, ਚਾਹੇ ਸਿੱਖ ਹੈ, ਚਾਹੇ ਮੁਸਲਿਮ ਹੈ, ਚਾਹੇ ਈਸਾਈ ਹੈ, ਕੋਈ ਵੀ ਲੋਕ ਆ ਇੱਥੇ। ਪਰ ਇਹ ਪੋਲੀਟੀਕਲ ਗੇਮ ਜਦੋਂ ਘੁੰਮਣ ਲੱਗ ਪੈਂਦੀ ਹੈ ਨਾ ਕੰਵੇਰੀ, ਜਦੋਂ ਚੌਧਰੀ ਆ ਕੇ ਕਹਿੰਦਾ ਜੀ ਨਹੀਂ ਅਸੀਂ ਤਾਂ ਇੱਕ ਬੂੰਦ ਨਹੀਂ ਜਾਣ ਦੇਣੀ, ਤੁਸੀਂ ਬੂੰਦ ਰੱਖਣੀ ਕਿੱਥੇ ਆ? ਅਗਲੇ ਬੂੰਦ ਮੰਗਦੇ ਵੀ ਨਹੀਂ ਗਏ। ਦੇਖੋ ਇੱਕ ਗੱਲ ਹੈ, ਉਹਨਾਂ ਨੂੰ ਪੁੱਛੋ ਕਿਉਂ ਨਹੀਂ ਜਾਣ ਦੇਣੀ? ਉਧਰ ਬੰਦੇ ਨਹੀਂ ਵਸਦੇ, ਉਧਰ ਪਰਮਾਤਮਾ ਦੇ ਜੀ ਨਹੀਂ ਹੈਗੇ, ਉਹਨਾਂ ਨੂੰ ਪਾਣੀ ਨਹੀਂ ਚਾਹੀਦਾ। ਕੁਦਰਤ ਨੇ ਤਾਂ ਵਿਤਕਰਾ ਨਹੀਂ ਨਾ ਕੀਤਾ। ਹਵਾ ਵਿਤਕਰਾ ਕਰਦੀ, ਸੂਰਜ ਵਿਤਕਰਾ ਕਰਦਾ, ਪਾਣੀ ਵਿਤਕਰਾ ਕਰਦਾ ਨਹੀਂ ਕਰਦਾ। ਤੁਸੀਂ ਵਿੱਚ ਆਪਣੀ ਸਿਆਸਤ ਲੈ ਕੇ ਤੁਰਦਾ, ਔਰ ਤੁਹਾਡੀ ਇਸ ਸਿਆਸਤ ਕਰਕੇ ਜਿੰਨਾ ਖੱਜਲ ਹੋਣਾ ਪੈ ਰਿਹਾ ਜਨਤਾ ਨੂੰ, ਉਹ ਤੁਸੀਂ ਧਿਆਨ ਨਹੀਂ ਦੇ ਰਹੇ ਹੋ। ਔਰ ਤੁਹਾਡੀ ਹਾਲਤ ਇਹ ਹੋ ਚੁੱਕੀ ਹੈ ਕਿ ਤੁਹਾਨੂੰ ਸਿਰਫ 3 ਸੀਟਾਂ ਦੇ ਉੱਤੇ ਸਮੇਟ ਕੇ ਰੱਖ ਦਿੱਤਾ, ਪਬਲਿਕ ਨੇ ਤੁਹਾਨੂੰ ਘਰ ਬਿਠਾ ਦਿੱਤਾ। ਦੇਖੋ, ਔਰ ਤੁਸੀਂ 10 ਸਾਲ ਦੀ ਤੁਹਾਡੀ ਗੇਮ ਰਹੀ ਹੈ ਰਾਜਨੀਤੀ ਦੀ, ਤੁਸੀਂ ਆਹ ਕੁਝ ਕਰਕੇ ਦਿਖਾਇਆ ਕਿ ਤੁਹਾਡਾ ਇਹ ਹਾਲ ਹੋ ਗਿਆ। ਹੁਣ ਤੁਹਾਡੇ ਵਾਸਤੇ ਕਮ ਬੈਕ ਕਰਨਾ, ਬਾਉਂਸ ਬੈਕ ਕਰਨਾ ਤੁਹਾਡੇ ਵਾਸਤੇ ਮੁਸ਼ਕਿਲ ਹੋਇਆ ਪਿਆ। ਹੁਣ ਨਵੀਂ ਪਾਰਟੀ ਨੂੰ ਰਿਵਾਈਵ ਵੀ ਤੁਸੀਂ ਕੀਤਾ, ਫਿਰ ਸੁਖਬੀਰ ਭਾਜੀ ਆ ਗਏ ਨੇ, 10 ਸਾਲ ਵਾਸਤੇ ਪ੍ਰਧਾਨ ਉਹੀ ਹੋ ਰਹਿਣਗੇ, ਠੀਕ ਹੈ। ਨਵੀਂ ਸ਼ਫਲਿੰਗ ਹੋ ਗਈ, ਗੱਲ ਤਾਂ ਸਾਰੀ ਉੱਥੇ ਦੀ ਉੱਥੇ ਰਹਿ ਗਈ। ਚਾਹੇ 1 ਪਰਸਨ ਆਫ ਅ ਫੈਮਿਲੀ 1 ਟਿਕਟ, ਉਹੀ ਸਿਰਫ ਇਲੈਕਸ਼ਨ ਲੜ ਸਕਦਾ, ਜੋ ਮਰਜ਼ੀ ਕਰ ਲਓ। ਅੰਦਰ ਦੀ ਗੇਮ ਸਾਰੇ ਸਮਝਦੇ ਨੇ ਕਿ ਤੁਹਾਡੀ ਮਰਜ਼ੀ ਚੱਲਣੀ ਆ, ਅੱਗੇ ਜਾ ਕੇ ਫਿਰ ਕਿਤੇ ਬਦਲਾਵ ਕਰ ਲੋਗੇ। ਇਸ ਵਕਤ ਨਹੀਂ ਕਰਦੇ ਪਏ, ਜ਼ਰੂਰਤ ਦੇ ਮੁਤਾਬਿਕ ਕਰ ਲੋਗੇ। ਚਲੋ ਉਹ ਤੁਹਾਡਾ ਪਾਰਟੀ ਦਾ ਕਿੱਸਾ ਹੈ, ਅੰਦਰੂਨੀ ਗੱਲ ਹੈ। ਹੁਣ ਜਦੋਂ ਅਸੀਂ ਬਾਹਰ ਆਉਂਦੇ, ਜਿੱਥੇ ਜਨਤਾ ਜੁੜੀ ਹੋਈ ਹੈ, ਹੁਣ ਇਹ ਸਟੇਟਮੈਂਟ ਕੋਈ ਸਿਆਣਪ ਵਾਲੀ ਸਟੇਟਮੈਂਟ ਤੇ ਹੈ ਨਹੀਂ, ਇੱਕ ਬੂੰਦ ਨਹੀਂ ਜਾਣ ਦੇਣੀ। ਉਧਰ ਉਹ ਵੀ ਗਰਮ ਦਿਮਾਗ ਬੈਠੇ ਨੇ, ਉਹ ਵੀ ਕੋਈ ਗੱਲ ਕਰ ਸਕਦੇ ਨੇ। ਸਿੰਪਲ ਗੱਲ ਇਹ ਹੈ ਕਿ ਜਦੋਂ ਗੁਰੂ ਸਾਹਿਬ ਨੇ ਇਹ ਕੁਦਰਤ ਦੀ ਗੱਲ, ਜਦੋਂ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਇਹ ਬਈ ਵੰਡ ਕੇ ਛਕੋ, ਕਿਹਾ ਨਾ, ਕਿਰਤ ਕਰ ਨਾਮ ਜਪ ਵੰਡ ਛਕ। ਇਹ ਵੰਡ ਛਕ ਦਾ ਕਨਸੈਪਟ ਅਸੀਂ ਕਿਉਂ ਭੁੱਲ ਗਏ? ਸ਼੍ਰੋਮਣੀ ਅਕਾਲੀ ਦਲ ਕਹਿੰਦਾ ਹੈ ਕਿ ਅਸੀਂ ਮੁੜ ਤੋਂ ਰਿਵਾਇਤੀ ਜਿਹੜੀ ਸਾਡੀ ਸਾਰੀ ਪਾਰਟੀ ਦੀ ਰਹੀ ਹੈ, ਸ਼ੁਰੂ ਤੋਂ ਸੋਚ ਵਿਚਾਰਧਾਰਾ ਰਹੀ ਹੈ, ਪੰਥਕ ਵਿਚਾਰਧਾਰਾ। ਪੰਥ ਦੀ ਵਿਚਾਰਧਾਰਾ ਤਾਂ ਇਹੀ ਹੈ, ਕਿਰਤ ਕਰ ਨਾਮ ਜਪ ਵੰਡ ਛਕ। ਇਹ ਵੰਡ ਛਕ ਨੂੰ ਤੁਸੀਂ ਕਿਉਂ ਭੁੱਲ ਗਏ ਇੱਥੇ ਆ ਕੇ? ਦੇਖੋ ਪਤਾ ਗੱਲ ਕੀ ਆ, ਹੁਣ ਆਪਾਂ ਦੇਖੀਏ ਕਿ ਮੁੱਦਾ ਕਿੱਥੋਂ ਆਪਾਂ ਗੱਲ ਕਿਉਂ ਇਸ ਦੀ ਕਰ ਰਹੇ ਹਾਂ। ਹਰਿਆਣੇ ਦੇ ਵਿੱਚ ਹੈਗੀਆਂ ਇਲੈਕਸ਼ਨ, ਬਿਲਕੁਲ ਹੈਗੀਆਂ, ਹੈ ਨਾ। ਤੇ ਅੱਜ ਤਿਰੰਗਾ ਯਾਤਰਾ ਵੀ ਹੋਣੀ ਆ ਤੇ ਕੱਲ ਪ੍ਰੈਸ ਕਾਨਫਰੰਸ ਹੋਈ ਹੈ। ਹਾਂਜੀ, ਉੱਥੇ ਜਿੰਨੇ ਵੀ ਲੋਕ ਬੈਠੇ ਸੀਗੇ, ਕਿਉਂਕਿ ਭਗਵੰਤ ਮਾਨ ਨਾਲ ਹੈ, ਭਗਵੰਤ ਮਾਨ ਸਾਹਿਬ ਨਾਲ ਕੁਰਸੀ ਨਾਲ ਕੁਰਸੀ ਜੋੜ ਕੇ ਬੈਠੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇੱਥੇ ਲਾਂਚ ਪੈਡ, ਅਸੀਂ ਜਦੋਂ ਪਹਿਲਾਂ ਵੀ ਗੱਲ ਕਰਦੇ ਪੰਜਾਬ ਨੂੰ ਲਾਂਚ ਪੈਡ ਬਣਾ ਲਿਆ। ਔਰ ਹੁਣ ਜਦੋਂ ਹਰਿਆਣੇ ਦੀ ਗੱਲ ਹੋਣ ਡਈ ਹੈ ਤੇ ਹਰਿਆਣੇ ਦੇ ਵਿੱਚ ਅਸੀਂ ਜਾ ਕੇ ਉਹਦੇ ਨਾਲ ਗੱਲਬਾਤ ਕਰਨ ਡੇ, ਹਰਿਆਣੇ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਅਸੀਂ ਮੁਤਾਸਿਰ ਕਰਨੇ ਆ ਕਿ ਪੰਜਾਬ ਦੇ ਵਿੱਚ ਅਸੀਂ ਆਹ ਕਰਤਾ, ਅਸੀਂ ਹੁਣ ਹਰਿਆਣੇ ਦੇ ਵਿੱਚ ਵੀ ਇਹ ਕਰਾਂਗੇ। ਹੁਣ ਕੱਲ ਮੈਂ ਹੈਰਾਨ ਰਹਿ ਗਿਆ, ਉੱਥੇ ਜਿੰਨੇ ਵੀ ਜਰਨਲਿਸਟ ਬੈਠੇ ਸੀਗੇ, ਕਿਉਂਕਿ ਹੁਣ ਦੇਖੋ ਕਹਿੰਦੇ ਹੁੰਦੇ ਨਾ ਵੀ ਲੜਾਈ ਜਿਸ ਗੱਲ ਦੀ ਹੋਵੇ ਨਾ, ਉਸ ਗੱਲ ਦਾ ਉੱਤੇ ਵਿਸ਼ਾ ਜ਼ਰੂਰ ਬਣਦਾ। ਕੱਲ ਜਦੋਂ ਹੁਣ ਪ੍ਰੈਸ ਕਾਨਫਰੰਸ ਹੋਈ ਤੇ ਇਹੀ ਪਹਿਲਾ ਸਵਾਲ ਜਿਹੜਾ ਉੱਥੇ ਆਇਆ ਤੇ ਕੇਜਰੀਵਾਲ ਸਾਹਿਬ ਨੇ ਕਿਹਾ ਆਪਣੇ ਅੰਦਾਜ਼ ਦੇ ਵਿੱਚ ਕਿ ਮੁਝੇ ਪਤਾ ਥਾ ਆਪਨੇ ਯਹੀ ਸਵਾਲ ਪੁੱਛਣਾ ਹੈ। ਤੇ ਉਹ ਹੁਣ ਪਤਾ ਵੀ, ਦੇਖੋ ਜਨਰਲੀ ਅਸੀਂ ਉਹੀ ਸਵਾਲ ਪੁੱਛਾਂਗੇ ਜਿਹੜੀ ਦੀ ਲੋੜ ਆ ਉੱਥੇ ਪ੍ਰੈਸ ਕਾਨਫਰੰਸ। ਉੱਥੇ ਹਰਿਆਣੇ ਵਾਲੇ ਜਿਹੜੇ ਰਿਪੋਰਟਰ ਸੀ ਉਹਨਾਂ ਨੇ ਵੀ ਉਹੀ ਸਵਾਲ ਪੁੱਛਿਆ, ਜਿਹੜੇ ਸਾਡੇ ਪੰਜਾਬ ਦੇ ਬਠਿੰਡੇ ਵਾਲੇ ਰਿਪੋਰਟਰ ਸੀਗੇ ਜਾਂ ਕੋਈ ਹੋਰ ਪੰਜਾਬ ਦਾ ਰਿਪੋਰਟਰ ਉੱਥੇ ਸੀਗਾ, ਉਹਨਾਂ ਨੇ ਵੀ ਉਹੀ ਸਵਾਲ ਪੁੱਛਿਆ ਸੀ। ਹੁਣ ਉਹਨਾਂ ਨੇ ਕਿਹਾ ਕਿ देखो ये मामला केंद्र सरकार का है, केंद्र सरकार जो कहेगी उसको सुलझाना चाहिए दोनों पार्टीज़ को।
ਵਾਕਈ ਜਦੋਂ ਅਸੀਂ ਕਹਿੰਦੇ ਆ ਨਾ ਕਿ ਇਦਾਂ ਦਾ ਮਾਮਲਾ ਹੁੰਦਾ ਤੇ ਕੇਂਦਰ ਸਰਕਾਰ ਦਾ ਮਾਮਲਾ ਹੁੰਦਾ। ਹਾਲਾਂਕਿ 2004 ਦੇ ਵਿੱਚ ਅਸੀਂ ਜਿੰਨੇ ਸਮਝੌਤੇ ਸੀਗੇ ਤੇ ਕੈਪਟਨ ਅਮਰਿੰਦਰ ਹੁਣਾਂ ਦੀ ਸਰਕਾਰ ਸੀਗੀ ਤੇ ਉਹਨਾਂ ਨੇ ਕਹਿੰਦੇ ਜੀ ਅਸੀਂ ਰੱਦ ਕਰ ਦਿੱਤੇ, ਪਰ ਇਦਾਂ ਰੱਦ ਨਹੀਂ ਹੋਣੇ ਹੈਗੇ ਕਿਉਂਕਿ ਸੁਪਰੀਮ ਕੋਰਟ ਬੜੀ ਵਾਰੀ ਇਹਦੇ ਵਿੱਚ ਦਖਲਅੰਦਾਜ਼ ਕਰ ਚੁੱਕਾ ਜਦੋਂ ਤੁਸੀਂ ਕਹਿੰਦੇ ਹੋ। ਇਸ ਲਈ ਹੁਣ ਕੇਂਦਰ ਸਰਕਾਰ ਸਿਆਣੀ ਹੋਵੇ, ਕੇਂਦਰ ਸਰਕਾਰ ਜੇ ਅਲਟਾ ਵਿਸਟਾ ਪ੍ਰੋਜੈਕਟ ਤੋਂ ਉਹਨੂੰ ਵੇਲ ਮਿਲ ਜਾਵੇ, ਕਿਉਂਕਿ ਹੁਣ ਕੱਲ੍ਹ ਨੂੰ ਉਹਨਾਂ ਨੇ ਆਮ ਲੋਕਾਂ ਲਈ ਖੋਲ੍ਹਣਾ ਜਿਹੜਾ ਬਣਾਇਆ ਹੋਇਆ ਆ 20,000 ਕਰੋੜ ਰੁਪਇਆ ਲਾ ਕੇ ਉਸ ਪ੍ਰੋਜੈਕਟ ਨੂੰ ਬਣਾਇਆ ਅਲਟਾ ਵਿਸਟਾ। ਤੁਸੀਂ ਦੇਖਿਆ ਹੋਣਾ ਉਹ ਕਿੱਦਾਂ ਸੋਹਣੀਆਂ ਭਵਯ ਤਸਵੀਰਾਂ ਜਿਵੇਂ ਕਹਿੰਦੇ ਭਵਯ। ਮੈਂ ਤੇ ਆ ਭਵਯ ਸ਼ਬਦ ਜਿਹੜਾ ਨਾ ਉਹ ਕਈ ਵਾਰੀ ਉਦੋਂ ਸੁਣਦੇ ਹੁੰਦੇ ਸੀ ਜਦੋਂ ਰਮਾਇਣ ਚੱਲਦੀ ਹੁੰਦੀ ਸੀ ਕੈਸਟਾਂ ਦੇ ਉੱਤੇ, ਤੇ ਜਾਂ ਫਿਰ ਕੋਈ ਮਾਈਥੋਲੋਜੀ ਬੇਸਡ ਜਿਵੇਂ ਸੰਸਕ੍ਰਿਤੀ ਦੀ ਗੱਲ ਕਰਦੇ ਸੀ, ਹਮਾਰੀ ਭਵਯ ਸੰਸਕ੍ਰਿਤੀ। ਹਾਂ, ਮਤਲਬ ਤੁਸੀਂ ਜ਼ਿਆਦਾ ਉਦੋਂ ਸੁਣਦੇ ਸੀ ਜਦੋਂ ਤੁਸੀਂ ਇੰਦਰ ਦੇ ਮਹਿਲ ਦੀ ਗੱਲ ਕਰਦੇ ਕਿ ਭਵਯ ਹੈ ਇਹ। ਹੁਣ ਇਹ ਉਸੇ ਹੀ ਚੱਲਣ ਰਹੇ ਆ, ਰੂਹਾਨੀਅਤ ਦਾ ਸ਼ਬਦ ਹੈ। ਹੁਣ 20,000 ਕਰੋੜ ਰੁਪਇਆ ਲਾ ਕੇ ਤੇ ਭਵਯ ਬਣਾਏ ਕੋਈ ਵੀ ਲਊਗਾ। ਇੱਥੇ ਤਾਂ ਅਸੀਂ 1 ਕਰੋੜ ਦੀ ਕੋਠੀ ਲਾ ਲਈਏ ਤਾਂ ਅਸੀਂ ਉਹਨੂੰ ਭਵਯ ਕਹਿੰਦੇ ਰਹਿੰਦੇ ਆ। ਸਹੀ ਆ, ਆਪਾਂ ਤੇ ਉਹ ਦੇਖਦੇ ਸੀ ਜਦੋਂ ਗੁਰਪੁਰਬ ਤੇ ਸ਼ੋਭਾ ਯਾਤਰਾ ਨਿਕਲਦੀ ਹੈ ਉਦੋਂ ਨਿਊਜ਼ ਆਉਂਦੀ ਸੀ ਭਵਯ ਸ਼ੋਭਾ ਯਾਤਰਾ, ਗੁਰਪੁਰਬ ਕੇ ਪਵਿੱਤਰ ਅਵਸਰ ਪਰ ਭਵਯ ਸ਼ੋਭਾ ਯਾਤਰਾ। ਚਲੋ ਆਪਾਂ ਹੁਣ ਉਸ ਵਿਸ਼ੇ ਨੂੰ ਵੱਖਰਾ ਰੱਖਦੇ ਹਾਂ ਕਿਉਂਕਿ ਅਲਟਾ ਵਿਸਟਾ ਤੇ ਮੈਂ ਆਉਂਗਾ ਦੁਬਾਰਾ। ਭਵਯ ਸ਼ਬਦ ਜਿਹੜੇ ਨੇ ਨਾ ਇਹ ਸ਼ਬਦ ਹੀ ਤਾਂ ਹੈਗੇ ਨੇ, ਅਗਨੀਪਥ, ਅਗਨੀਵੀਰ। ਹਾਂ, ਇਹ ਮੈਂ ਆਪਾਂ ਤੇ ਆਉਨੇ ਆ ਤੇ ਪਰ ਆਪਾਂ ਪਹਿਲਾਂ ਇਹਨੂੰ ਥੋੜਾ ਜਿਹਾ ਕੰਪਲੀਟ ਕਰ ਲਈਏ ਕਿਉਂਕਿ ਉਹਨਾਂ ਨੇ ਸਵਾਲ ਪੁੱਛਿਆ। ਉਹਨਾਂ ਨੇ ਕਿਹਾ ਵੀ ਕੇਂਦਰ ਸਰਕਾਰ, ਫਿਰ ਮਾਨ ਸਾਹਿਬ ਕਹਿੰਦੇ ਜੀ, ਮਾਨ ਸਾਹਿਬ ਜਵਾਬ ਦੇ ਦੇਣ ਪਹਿਲਾਂ ਮਾਨ ਸਾਹਿਬ ਨੇ ਸਵੇਰ ਗੱਲ ਕਹੀ ਵੀ ਜਿਵੇਂ ਉਹ ਕਹਿੰਦੇ ਵੀ ਕੇਂਦਰ ਸਰਕਾਰ, ਕਿਉਂਕਿ ਪੰਜਾਬੀ ਚਾਹੁੰਦੇ ਆ ਕਿ ਅਸੀਂ ਇੱਕ ਪਾਣੀ ਦੀ ਬੂੰਦ ਨਾ ਦਈਏ, ਪਰ ਦੇਖੋ ਬਹਿ ਕੇ ਜੇ ਗੱਲ ਹੋ ਜਾਵੇ ਤਾਂ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ। ਸਹੀ, ਪਰ ਹੁਣ ਇੱਥੇ ਗੱਲ ਨਾ ਇੰਟੈਂਸ਼ਨ ਦੀ ਆਉਂਦੀ ਹੈ। ਦੇਖੋ ਗੱਲ ਨੀਅਤ ਦੀ ਹੈ। ਹਾਂ, ਕੇਂਦਰ ਸਰਕਾਰ ਸੰਜੀਵ ਜੀ ਜੇ ਚਾਹਵੇ ਤਾਂ ਵਾਕਈ ਦੋਵਾਂ ਪਾਰਟੀਆਂ ਨੂੰ ਬਿਠਾਵੇ, ਨਹੀਂ ਤੇ ਕਿੱਡੀ ਕੁ ਗੱਲ। ਮਨੋਹਰ ਖੱਟਰ ਤੁਹਾਡਾ ਤੁਸੀਂ ਡਬਲ ਇੰਜਨ ਦੀ ਸਰਕਾਰ ਕਹਿੰਦੇ ਆ, ਇੱਥੇ ਸਾਡੇ ਵਾਲੇ ਨੂੰ ਲੈ ਜਾਓ, ਉਹ ਵਿਚਾਰਾ ਚਲੋ ਵੈਸੇ ਵੀ ਤੁਹਾਡੇ ਨਾਲ ਸਹਿਮਤ ਹੀ ਰਹਿੰਦਾ, ਤੇ ਬੈਠ ਕੇ ਉਹ ਗੱਲਾਂ ਕਰਾ ਲਓ, ਕਿਤੇ ਕਿੰਨੀ ਕੁ ਗੱਲ ਆ। ਗੱਲ ਇਹੀ ਹੈ ਨਾ ਕਿ ਸੰਵਾਦ ਰਚੋ, ਡਾਇਲੋਗ ਕਰੋ। ਕਰਨਾ ਗੁਰੂ ਨਾਨਕ ਪਾਤਸ਼ਾਹ ਜਿਵੇਂ ਸਮਝਾਉਂਦੇ ਨੇ, ਹਰ ਗੱਲ ਦਾ ਹੱਲ ਇਹੋ ਹੈ, ਮਿਲ ਬੈਠ ਕੇ ਵਿਚਾਰ ਵਟਾਂਦਰਾ ਕਰਕੇ ਬਾਰ-ਬਾਰ ਗੱਲ ਕਰੋ ਔਰ ਸਹਿਮਤੀ ਬਣਾਓ ਔਰ ਇੱਕ ਮਸਲੇ ਨੂੰ ਹੱਲ ਕਰੋ। ਪਰ ਜਦੋਂ ਨੀਅਤ ਖੋਟੀ ਹੈ ਤਾਂ ਨੀਤੀ ਵੀ ਖੋਟੀ ਹੋ ਬਣਨੀ ਹੈ। ਨੀਅਤ ਤਾਂ ਇਹ ਹੈ ਕਿ ਕੁਛ ਨਾ ਕੁਛ ਉਲਝਾ ਪਾ ਕੇ ਰੱਖੋ, ਕੰਪਲੈਕਸਿਟੀ ਬਣੀ ਰਵੇ, ਉਹਦੇ ਆਲੇ ਦੁਆਲੇ ਰਾਜਨੀਤੀ ਬੁਣਨੀ ਹੈ, ਮੁੱਦੇ ਹੱਲ ਨਹੀਂ ਕਰਨੇ, ਮੁੱਦੇ ਆਲੇ ਦੁਆਲੇ ਆਪਣੀ ਰਾਜਨੀਤੀ ਬੁਣਨੀ, ਕਿਉਂਕਿ ਜੇ ਮੁੱਦਾ ਖਤਮ ਹੋ ਗਿਆ ਦੁਕਾਨ ਬੰਦ ਹੋ ਜਾਣੀ ਰਾਜਨੀਤੀ ਦੀ। ਸੋ ਗੱਲ ਦੁਕਾਨਦਾਰੀ ਦੀ ਹੈ। ਜੇ ਤੁਹਾਡੀ ਗੱਲ ਤਾਂ ਬਿਲਕੁਲ ਸਹੀ। ਸਮੱਸਿਆ ਹੀ ਹੈ ਆਮ ਲੋਕ ਕੀ ਭੁਗਤਦੇ ਪਏ ਨੇ, ਆਮ ਲੋਕਾਂ ਦਾ ਕੀ ਹਾਲ ਹੁੰਦਾ ਪਿਆ। ਦੇਖੋ ਇੰਨੀ ਕੁ ਗੱਲ ਪਿੱਛੇ ਹਰਿਆਣਾ ਵਾਲਿਆਂ ਦੇ ਦਿਲ ਦੇ ਵਿੱਚ ਤੇ ਪੰਜਾਬ ਦੇ ਵਾਸੀਆਂ ਦੇ ਦਿਲ ਦੇ ਵਿੱਚ ਨਫ਼ਰਤ ਪੈਦਾ ਹੋ ਸਕਦੀ ਹੈ ਇੱਕ ਦੂਜੇ ਦੇ ਪ੍ਰਤੀ। ਔਰ ਤੁਸੀਂ ਆਪਾਂ ਦੇਖਿਆ ਹੀ ਉਹ ਗਾਣੇ ਵੀ ਆਏ ਸੀ, ਕਲਾਕਾਰਾਂ ਨੇ ਗਾਣੇ ਵੀ ਦਿੱਤੇ ਸੀ ਜੀ, ਉਹ ਵੀ ਪਾਣੀ ਦੀ ਬੂੰਦ ਦੀ ਉਹ ਗੱਲ ਹੋ ਰਹੀ ਹੈ। ਹੁਣ ਤੁਸੀਂ ਦੱਸੋ, ਆਰਟ ਐਂਡ ਕਲਚਰ ਜਿਹੜਾ ਜੋੜਨ ਦੀ ਕੰਮ ਕਰਦਾ, ਇਹ ਤੋੜਨ ਦਾ ਕੰਮ ਕਰਦਾ ਜੀ। ਅੱਛਾ, ਹੁਣ ਆਪਾਂ ਕਰ ਲੈਂਦੇ ਅਲਟਾ ਵਿਸਟਾ ਦੀ ਪ੍ਰੋਜੈਕਟ ਦੀ ਵੀ ਗੱਲ, ਕਿਉਂਕਿ ਕੱਲ੍ਹ ਨੂੰ ਉਹ ਭਵਯ ਪ੍ਰੋਜੈਕਟ ਜਿਹੜਾ ਕੱਲ੍ਹ ਨੂੰ ਆਮ ਲੋਕਾਂ ਲਈ ਖੁੱਲ੍ਹ ਜਾਣਾ। ਤੇ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਦਿੱਲੀ ਜਾਂਦੇ ਹੁੰਦੇ ਸੀਗੇ ਤੇ ਤੁਸੀਂ ਵੀ ਸ਼ਾਇਦ ਤੁਹਾਡੇ ਰਿਸ਼ਤੇਦਾਰ ਕੋਈ ਹੋਊਗਾ, ਤੇ ਉਹ ਬੜੇ ਚਾਈ ਸਾਨੂੰ ਲੈ ਕੇ ਜਾਂਦੇ ਸੀ ਵੀ ਇੰਡੀਆ ਗੇਟ ਜਾਂਦੇ ਆ, ਉੱਥੋਂ ਆਈਸਕ੍ਰੀਮ ਖਾ ਲੈਂਦੇ ਆ। ਉਦੋਂ ਕੋਨ 10 ਰੁਪਏ ਦੀ ਕੋਨ ਹੁੰਦੀ ਸੀਗੀ ਤੇ ਵੱਡੀ ਸਾਰੀ ਕੋਨ, ਤੇ ਉਹ ਲੈ ਦੇਣੀ ਉਹਨਾਂ ਨੇ ਇੰਡੀਆ ਗੇਟ ਤੋਂ। ਉਰੇ ਬੈਠੀਆਂ ਹੁੰਦੀਆਂ ਰੇੜੀਆਂ ਹੁੰਦੀਆਂ, ਉਹ ਤੁਸੀਂ ਨਾਲੇ ਆਈਸਕ੍ਰੀਮ ਖਾਂਦੇ ਜਾਣਾ ਤੇ ਨਾਲੇ ਤੁਸੀਂ ਉਹ ਸਾਰਾ ਬੜੀ ਲੰਬੀ ਵਾਕ ਹੈ, ਬੜੀ ਵੱਡੀ ਲੰਬੀ ਵਾਕ ਆ, ਤੁਸੀਂ ਉਹ ਨਾਲੇ ਵਾਕ ਕਰਨੀ ਆ। ਤੇ ਤੁਸੀਂ ਕਹਿਣਾ ਵੀ ਵਾਹ ਜੀ ਵਾਹ, ਇਹ ਤੇ ਦੁਨੀਆ ਹੀ ਵੱਖਰੀ ਆ, ਮਤਲਬ ਹੈ ਨਾ, ਮਜ਼ਾ ਆ ਗਿਆ। ਹੁਣ ਬੜਾ ਕੁਝ ਬਦਲ ਦਿੱਤਾ ਕਿਉਂਕਿ ਚਲੋ ਇਹ ਅੰਗਰੇਜ਼ਾਂ ਨੇ ਬਣਾਇਆ ਹੋਇਆ ਸੀਗਾ, ਅੰਗਰੇਜ਼ਾਂ ਦੇ ਜ਼ਮਾਨੇ ਦਾ ਸੀਗਾ, ਤੇ ਬੜਾ ਕੁਝ। ਔਰੰਗਜ਼ੇਬ ਸਟਰੀਟ ਸੀਗੀ ਉੱਥੇ, ਉਹ ਬਦਲ ਕੇ ਨਾਮ ਰੱਖ ਦਿੱਤਾ, ਕੁਝ ਹੋਰ ਰੱਖਤਾ, ਮੈਨੂੰ ਹੁਣ ਯਾਦ ਨਹੀਂ ਕੀ ਰੱਖਿਆ ਆ। ਇੱਦਾਂ ਹੀ ਚਲੋ ਉੱਥੇ ਹੁਣ ਸੁਭਾਸ਼ ਚੰਦਰ ਬੋਸ ਜੀ ਦਾ ਟੈਟੂ ਲਾਉਣ, ਉੱਥੇ ਮੂਰਤੀ ਉਹਨਾਂ ਦੀ ਲਾਉਣ ਲੱਗੇ ਆ। ਚਲੋ ਉਹ ਪਹਿਲਾਂ ਉਹਨਾਂ ਨੂੰ ਬੜੀ ਚੱਕੀ ਹੋਈ ਸੀ ਕਿਉਂਕਿ ਉੱਥੇ ਉਹ ਅੰਗਰੇਜ਼ੀ ਕਿਸੇ ਦੀ ਸੀਗੀ। ਹੁਣ 20,000 ਕਰੋੜ ਰੁਪਇਆ, ਤੁਹਾਨੂੰ ਪਤਾ ਹੋਣਾ ਇਹ ਪ੍ਰੋਜੈਕਟ ਕਦੋਂ ਪਾਸ ਹੋਇਆ ਸੀਗਾ? ਜਦੋਂ ਕਰੋਨਾ ਪੀਕ ਤੇ ਸੀਗਾ। ਤੇ ਜਦੋਂ ਕਰੋਨਾ ਵਾਲਿਆਂ ਨੂੰ ਅਸੀਂ ਕਿਹਾ ਵੀ, ਜਦੋਂ ਹੁਣ ਓਪੋਜੀਸ਼ਨ ਕਹਿੰਦੀ ਆ ਵੀ ਜਿਹੜੇ ਵਿਚਾਰੇ ਜਿਨ੍ਹਾਂ ਦੇ ਜਵਾਕ ਹੀ ਇਕੱਲੇ ਰਹਿ ਗਏ, ਮਾਪੇ ਦੋਨੇ ਮਰ ਗਏ, ਪਿੱਛੋਂ ਕੋਈ ਸਾਂਭਣ ਵਾਲਾ ਨਹੀਂ, ਤੁਸੀਂ ਉਹਨੂੰ 4-4 ਲੱਖ ਰੁਪਈਆ ਦੇ ਦਿਓ। ਕਹਿੰਦੇ ਜੀ ਨਹੀਂ, ਅਸੀਂ 4 ਲੱਖ ਨਹੀਂ ਤੇ 50,000 ਦੇ ਸਕਦੇ ਹਾਂ। 20,000 ਕਰੋੜ ਰੁਪਇਆ ਇੱਕ ਤੇ ਲਾ ਦੇਣਾ। ਇਸ ਤੋਂ ਇਲਾਵਾ ਐਰੋਪਲੇਨ ਵੀ ਤਾਂ ਖਰੀਦੇ ਜਾਂਦੇ ਨੇ। ਹਾਂ, ਐਰੋਪਲੇਨ ਨਹੀਂ, ਦੇਖੋ ਆਪਾਂ ਪ੍ਰਾਇੋਰਟੀ ਦੀ ਗੱਲ ਕਰਦੇ ਹਾਂ। ਪ੍ਰਾਇੋਰਟੀ ਹੀ ਹੈ ਗੱਲ। ਹੁਣ ਤੁਸੀਂ ਸੁੰਦਰਤਾ ਕਰਨਾ ਹੈ, ਫਿਰ ਇੱਥੇ ਹੀ ਕਾਹਤੋਂ ਲਿਮਿਟ ਕਰਨੀ ਹੈ? ਹੋਰ ਵੀ ਸਟੇਟਸ ਹੈਗੀਆਂ ਜਿੱਥੇ ਜਿਨ੍ਹਾਂ ਨੂੰ ਅਲਟਾ ਵਿਸਟਾ ਵਰਗੇ ਪ੍ਰੋਜੈਕਟ ਚਾਹੀਦੇ। ਪੰਜਾਬ ਵੀ ਤਾਂ ਹੈਗਾ ਹੀ ਆ, ਪੰਜਾਬ, ਹਰਿਆਣਾ, ਬਿਹਾਰ ਨੂੰ ਤੁਸੀਂ ਦਿਓ ਤਾਂ ਅਲਟਾ ਵਿਸਟਾ ਪ੍ਰੋਜੈਕਟ। ਫਿਰ ਇਹਨਾਂ ਨੇ ਕਿਹਾ ਸੀ ਜੀ ਅਸੀਂ ਬੜੇ ਸਾਰੇ ਏਮਸ ਦੇਣੇ ਆ।
ਮੇਰੇ ਖਿਆਲ ਨਾਲ 1500 ਖਰੇ ਪਤਾ ਨਹੀਂ ਕਿੰਨੇ ਏਮਸ ਕਿਹਾ ਸੀ ਵੀ ਉਹਨਾਂ ਦੀਆਂ ਬ੍ਰਾਂਚਸ ਅਸੀਂ ਦੇਣੀਆਂ ਨੇ, 15 ਖਰੇ ਸ਼ਾਇਦ 15 ਏਮਸ ਕਿਹਾ ਸੀਗਾ। ਉਹ 15 ਏਮਸ ਦਾ ਪਤਾ ਹੀ ਨਹੀਂ ਵੀ ਕਿੱਥੇ ਕਿਹੜਾ ਏਮਸ ਖੁੱਲਿਆ। ਇਹ ਅਲਟਾ ਵਿਸਟਾ ਪ੍ਰੋਜੈਕਟ ਜ਼ਰੂਰੀ ਸੀਗਾ, ਜਿੱਦਾਂ 20,000 ਕਰੋੜ ਕਰਕੇ ਉਹਨੂੰ ਅਸੀਂ ਕਰ ਵੀ ਲਿਆ, ਉਹਦਾ ਸਾਰਾ ਕੁਝ ਸੈੱਟ ਕਰਕੇ ਤੇ ਉਹਨੂੰ ਅਸੀਂ ਕਾਮ ਲੋਕਾਂ ਲਈ ਖੋਲ ਵੀ ਦੇਣ ਲੱਗੇ ਆ। ਗੱਲ ਇਹ ਹੈ ਕਿ ਸਰਕਾਰ ਪਤਾ ਨਹੀਂ ਕਿੱਥੇ ਚੱਲਦੀ, ਜਿੱਥੇ ਹੁਣ ਐਕਚੁਅਲੀ ਇਹ ਲੋਕ ਨਾ ਸਮਾਰਕ ਬਣਾਉਣਾ ਚਾਹੁੰਦੇ ਨੇ ਕਿ ਸਾਡੇ ਤੋਂ ਬਾਅਦ ਸਾਨੂੰ ਯਾਦ ਰੱਖਿਆ ਜਾਵੇ ਕਿ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ਕਿਹਨਾਂ ਨੇ ਬਣਵਾਈ, ਉਹਨਾਂ ਨੇ ਬਣਵਾਈ। ਇਹ ਦੇਖੋ ਸਮਾਰਕ, ਐਡੀ ਵੱਡੀ ਮੂਰਤੀ, ਸਟੈਚੂ ਆਫ ਯੂਨਿਟੀ, ਸਟੈਚੂ ਆਫ ਯੂਨਿਟੀ ਉਹਨਾਂ ਨੇ ਬਣਵਾਇਆ। ਇਹ ਦੇਖੋ ਇਹ ਅਲਟਾ ਵਿਸਟਾ ਕਿਹਨਾਂ ਨੇ ਬਣਵਾਇਆ, ਉਹਨਾਂ ਨੇ ਬਣਾਇਆ। ਮਤਲਬ ਮੇਰੇ ਤੋਂ ਬਾਅਦ ਮੇਰੀਆਂ ਯਾਦਾਂ ਕਾਇਮ ਰਹਿਣ, ਮੈਨੂੰ ਲੋਕ ਯਾਦ ਕਰਨ ਕਿ ਇਹ ਇਹਨਾਂ ਨੇ ਬਣਵਾਏ ਸੀ, ਇਹਨਾਂ ਨੇ ਸਥਾਪਿਤ ਕਰਵਾਏ ਸੀ। ਇਹ ਸਮਾਰਕ ਦੇਣਾ ਚਾਹੁੰਦੇ ਨੇ। ਦੇਸ਼ ਨੂੰ ਸਮਾਰਕ ਦੀ ਲੋੜ ਹੈ ਜਾਂ ਨਹੀਂ ਹੈ, ਜਾਂ ਦੇਸ਼ ਦੀ ਪ੍ਰਾਇੋਰਟੀ ਕੀ ਹੈ, ਅਮਰ ਹੋਣਾ ਚਾਹੁੰਦੇ ਅਸੀਂ, ਅਮਰ ਹੋਣਾ ਚਾਹੁੰਦੇ ਹਾਂ। ਦੇਸ਼ ਦੇ ਲੋਕਾਂ ਦੀ ਪ੍ਰਾਇੋਰਟੀ ਕੀ ਹੈ ਉਹ ਧਿਆਨ ਨਹੀਂ ਸਾਡਾ। ਅਸੀਂ ਅਮਰ ਹੋਣਾ ਹੈ, ਸਾਡੇ ਤੋਂ ਬਾਅਦ ਵੀ ਸਾਨੂੰ ਯਾਦ ਕੀਤਾ ਜਾਵੇ ਕਿ ਇੱਕ ਮਹਾਪੁਰਸ਼ ਜਾਂ ਮਹਾਮਾਨਵ ਆਏ ਸੀਗੇ ਭਾਰਤ ਦੇ ਵਿੱਚ, ਉਹ ਇਹ ਨੇ। ਇਹਨਾਂ ਦੇ ਦਰਸ਼ਨ ਕਰੋ, ਇਹਨਾਂ ਨੂੰ ਦੇਖੋ। ਸੋ ਇਹ ਜਿਹੜੀ ਸੋਚ ਹੈ ਨਾ, ਆਪਣੇ ਆਪ ਨੂੰ ਮਹਾਨ, ਆਪਣੇ ਆਪ ਨੂੰ ਵੱਡਾ, ਔਰ ਮੇਰੇ ਵਰਗਾ ਕੋਈ ਹੈ ਨਹੀਂ, ਮੈਂ ਹੀ ਮੈਂ ਹਾਂ। ਇਹ ਹਿਸਟਰੀ ਵੀ ਦੇਖਦੇ ਹਾਂ ਅਸੀਂ, ਬਹੁਤ ਇੱਦਾਂ ਪਰਸਨੈਲਿਟੀਜ਼ ਆਈਆਂ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਵੱਡਾ, ਮਹਾਨ ਕਹਿਣ ਦੀ ਕੋਸ਼ਿਸ਼ ਕੀਤੀ, ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ। ਉਹ ਸਹੀ ਨਹੀਂ ਰਿਹਾ, ਇਹ ਵੀ ਸਹੀ ਨਹੀਂ ਹੈ। ਇੱਕ ਇਨਸਾਨ, ਹੁਣ ਉਹੀ ਗੱਲ ਹੈ ਨਾ ਸੰਜੀਵ ਜੀ, ਜਿਹਨੂੰ ਸਰਜਰੀ ਦੀ ਲੋੜ ਆ ਚਾਹੀਦਾ। ਹੁਣ ਮੈਂ ਆਈਸਕ੍ਰੀਮ ਦੀ ਗੱਲ ਕੀਤੀ ਵੀ ਅਸੀਂ ਆਈਸਕ੍ਰੀਮ ਖਾਂਦੇ, ਜਿਹਨੂੰ ਹੁਣ ਸਰਜਰੀ ਦੀ ਲੋੜ ਆ, ਉਹਨੇ ਅਲਟਾ ਵਿਸਟਾ ਪ੍ਰੋਜੈਕਟ ਦੇ ਅੰਦਰ ਬਹਿ ਕੇ ਠੀਕ ਹੋ ਜਾਣਾ, ਹਨਾ। ਉਹਨੂੰ ਵਾਕਈ ਸਰਜਰੀ ਦੀ ਲੋੜ ਆ। ਤੁਸੀਂ ਏਮਸ ਚਲੇ ਜਾਓ, ਤੁਸੀਂ ਕੋਈ ਛੋਟੀ, ਉੱਥੇ ਰਿਪੋਰਟਰਸ ਅਕਸਰ ਗੱਲਾਂ ਕਰਦੇ ਨੇ ਕਿ ਕਿਸੇ ਨੇ ਛੋਟੀ ਮੋਟੀ ਸਰਜਰੀ ਕਰਨੀ ਹੁੰਦੀ ਕਿ 2-2 ਦਿਨ 3-3 ਦਿਨ ਲਾਈਨ 'ਚ ਹੀ ਲੱਗਾ ਰਹਿਣਾ ਪੈਂਦਾ। ਤੇ ਹੁਣ ਐਡਾ ਰਸ਼ ਹੋਵੇ ਤਾਂ ਤੁਸੀਂ ਅਲਟਾ ਵਿਸਟਾ ਪ੍ਰੋਜੈਕਟ ਲੈ ਲਓ। ਪ੍ਰਾਇੋਰਟੀ ਦੀ ਗੱਲ ਹੈ। ਸੁੰਦਰਤਾ ਨੂੰ ਮੈਂ ਨਹੀਂ ਕਹਿੰਦਾ ਵੀ ਤੁਸੀਂ ਸੁੰਦਰੀਕਰਨ ਕੀਤਾ, ਕਿਉਂ ਨਹੀਂ ਕੀਤਾ, ਕਾਹਤੋਂ ਕੀਤਾ। ਜੇ ਤੁਹਾਡੇ ਕੋਲ ਪੈਸਾ ਹੈਗਾ ਕਰੋ। ਕਈ ਵਾਰ ਇੱਦਾਂ ਹੁੰਦਾ ਨਾ ਕਿ ਘਰ ਬਣਾਉਣੇ ਹੁੰਦੇ ਆ ਤੇ ਆਪਣੇ ਕੋਲ ਪੈਸੇ ਘੱਟ ਹੁੰਦੇ ਤਾਂ ਅਸੀਂ, ਸਾਡੇ ਘਰ ਦੇ ਆਪਣੇ ਕਹਿੰਦੇ ਨੇ ਕੱਚੀ ਫਰਸ਼ ਪਵਾ ਲਓ, ਕੱਚਾ ਕਰਾ ਲਓ, ਜਾਂ ਫਿਰ ਕੱਚੀ ਫਰਸ਼ ਪਵਾ ਲਓ। ਆਮ ਆਦਮੀ, ਆਮ ਲੋਕ ਇਸ ਮਹੀਨੇ ਪਜਾਮਾ ਬਣਵਾ ਲੈਣਾ, ਅਗਲੇ ਮਹੀਨੇ ਕੁੜਤਾ ਬਣਾ ਲੈਂਦੇ ਆ। ਉਹੀ ਤੇ ਹੁਣ ਤੁਸੀਂ ਦੇਖੋ ਘਰ ਬਣਾਉਣੇ ਤੇ ਕਹਿੰਦੇ ਕੱਚੀ ਫਰਸ਼ ਕਰਾ ਲਓ ਜਾਂ ਕਾਲੀ ਫਰਸ਼ ਪਵਾ ਲਓ ਜੀ, ਜਦੋਂ 4 ਪੈਸੇ ਹੋਣਗੇ ਟੈਲਾਂ ਲਵਾ ਲਾਂਗੇ। ਸਹੀ ਹੈ, ਹੈਨਾ। ਅਸੀਂ ਖਰਚਾ ਵਧਾ ਲੈਂਦੇ। ਇੱਧਰ ਇਹ ਆ ਕਿ ਸਾਨੂੰ ਪਤਾ ਸਾਡਾ ਝੁੱਗਾ ਝੋੜ ਹੋਇਆ, ਸਾਡੇ ਖਜ਼ਾਨੇ ਦੀ ਸਾਨੂੰ ਪਤਾ ਲਾਲੇ ਲੱਗੇ ਹੋਏ ਸੀ, ਪਤਾ ਨਹੀਂ ਕਿੰਨਾ ਕਰੋੜ ਜਿਹੜਾ ਵਰਲਡ ਬੈਂਕ ਤੋਂ ਲੈ ਲਿਆ, ਅਸੀਂ 20,000 ਕਰੋੜ ਰੁਪਏ ਲਾਤਾ। ਤੁਸੀਂ ਦੇਖੋ ਹੁਣ ਜੇ G20 ਸੰਮੇਲਨ ਜਿਹੜਾ ਹੈ, ਜੇ ਅੰਮ੍ਰਿਤਸਰ 'ਚ ਹੁੰਦਾ ਹੈ, ਜਿੱਦਾਂ ਹੁਣ ਇਹ ਸਾਰੀ ਖਬਰ ਚੱਲਦੀ ਪਈ ਹੈ, ਤਾਂ ਅੰਮ੍ਰਿਤਸਰ ਦੇ ਸੁੰਦਰੀਕਰਨ ਵਾਸਤੇ ਵੀ ਕਰੋੜਾਂ ਰੁਪਏ ਦਿੱਤੇ, ਗ੍ਰਾਂਟ ਆਏਗੀ। ਸੋ ਇਹ ਗੱਲਾਂ ਨੇ ਕਿ ਆਮ ਲੋਕਾਂ ਵਾਸਤੇ ਕਹਿੰਦੇ ਨੇ ਪੀਪੇ ਖਾਲੀ ਹੋ ਗਏ, ਆਮ ਲੋਕਾਂ ਵਾਸਤੇ ਫੈਸਿਲਿਟੀ ਨਹੀਂ ਹੈ। ਸੋ ਇਹ ਸਭ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ। ਔਰ ਪੈਸਾ ਕਿਹਦਾ? ਲੋਕਾਂ ਦਾ। ਹੁਣ ਇਹ ਵੀ ਚਲੋ ਇੱਕ ਅੱਛੀ ਚੀਜ਼ ਹੈ ਕਿ ਗਵਰਨਮੈਂਟ ਆਫ ਇੰਡੀਆ ਦੇ ਉੱਤੇ ਜਿਹੜਾ ਕਰਜ਼ਾ ਹੈ ਉਹ ਸਿਰਫ ਇੰਟਰਨਲ ਸੋਰਸਿਸ ਤੋਂ ਹੈ, ਬੈਂਕਸ ਤੋਂ ਕਰਜ਼ਾ ਲਿੱਤਾ ਗਿਆ ਹੈ, ਬਾਹਰੋਂ ਘੱਟ ਹੈ। ਕਿਹੜੀ ਚੀਜ਼ ਨਹੀਂ ਜਿਹੜੀ ਸਾਡੀ ਗਹਿਣੇ ਨਹੀਂ ਗਈ, ਪਰ ਹਰ ਚੀਜ਼ ਗਹਿਣੇ। ਹੁਣ ਕਾਰਪੋਰੇਟਸ ਦਾ ਕਰੋੜਾਂ ਰੁਪਏ ਦਾ ਕਰਜ਼ਾ ਤੁਸੀਂ ਮਾਫ ਕਰ ਦਿੱਤਾ, ਉਹਨਾਂ ਨੂੰ ਤੁਸੀਂ ਫ੍ਰੀ ਕਰ ਦਿੱਤਾ। ਔਰ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਹੁੰਦਾ, ਉਹ ਸੁਇਸਾਈਡ ਕਰਦੇ ਪਏ ਨੇ ਜਿਹੜੇ ਅੰਨਦਾਤਾ ਨੇ। ਮਤਲਬ ਇਹ ਪ੍ਰੋਪਰ ਕਹਾਣੀ ਵੰਡ ਹੈ, ਪ੍ਰੋਪਰ ਵੰਡ ਨਹੀਂ ਹੈ। ਚਲੋ ਆਪਾਂ ਪੰਜਾਬ ਮੁੜ ਆਈਏ। ਮੈਨੂੰ ਲੱਗਦਾ ਇਹ ਤੇ ਕਿਉਂਕਿ ਵਿਸਟਾ ਪ੍ਰੋਜੈਕਟ ਤੇ ਕੱਲ ਨੂੰ ਖੋਲ ਦੇਣਾ ਉਹਨਾਂ ਨੇ ਵੀ ਜੇ ਕੋਈ ਜਾ ਸਕਦਾ ਤਾਂ ਜਾ ਕੇ ਦੇਖ ਆਓ ਭਾਈ, ਜਿਹਨੇ ਦੇਖਣਾ ਸੁੰਦਰੀਕਰਨ। ਆਪਾਂ ਪੰਜਾਬ ਮੁੜੇ ਆਉਂਦੇ ਆ। ਪੰਜਾਬ ਮੁੜ ਕੇ ਆਉਂਦੇ ਤਾਂ ਫਿਰ ਆਪਾਂ ਗੁਰਦਾਸ ਮਾਨ ਸਾਹਿਬ ਦੇ ਗੀਤ ਤੋਂ ਸ਼ੁਰੂ ਕਰਦੇ ਆ। ਵਾਕਈ ਤੁਸੀਂ ਮੈਨੂੰ ਆਫ ਦਾ ਕੈਮਰਾ ਵੀ ਗੱਲ ਕਰਦੇ ਸੀਗੇ, ਬੜੇ ਦੁਖੀ ਮਨ ਨਾਲ ਉਹਨਾਂ ਨੇ ਆਪਣੇ ਦਿਲ ਦੇ ਸਾਰੇ ਵਿਚਾਰ ਸਭ ਦੇ ਸਾਹਮਣੇ ਰੱਖੇ ਨੇ। ਅੱਛਾ, ਗੁਰਦਾਸ ਮਾਨ ਸਾਹਿਬ ਹੁਣ ਹੀ ਤੁਹਾਨੂੰ ਪਤਾ ਹੋਊਗਾ ਵੀ ਕਿੱਦਾਂ ਇਹ ਸਾਰੀ ਗੱਲ ਛਿੜੀ ਆ। ਪਹਿਲਾਂ ਤਾਂ ਇੱਕ ਆਈਡਲਿਸਟਿਕ ਸੀਗੇ, ਬੜੇ ਆਈਡਲਿਸਟਿਕ ਸੀਗੇ ਨਾ। ਫਿਰ ਹੁਣ ਦੇਖੋ ਜਦੋਂ ਤੁਸੀਂ ਪੋਲੀਟੀਕਲੀ ਮੋਟੀਵੇਟਡ ਹੁੰਦੇ ਆ ਨਾ, ਤੁਸੀਂ ਸਾਰੀ ਉਮਰ ਉਸ ਮਾਂ ਬੋਲੀ ਦੇ ਨਾਲ ਖਾਧਾ ਸਾਰੀ। ਮੈਂ ਕਲੀਅਰ ਕਰ ਦਵਾਂ ਵੀ ਚਲੋ ਕੋਈ ਨਾ, ਇਨਸਾਨ ਆ ਬਈ, ਇਨਸਾਨ ਤੋਂ ਗਲਤੀ ਹੋ ਜਾਂਦੀ ਹੈ, ਐਡੀ ਕੋਈ ਵੱਡੀ ਗੱਲ ਨਹੀਂ ਹੈਗੀ। ਚਲੋ ਜੇ ਉਹ ਅੱਜ ਮੁੜ ਕੇ ਆ ਗਿਆ ਤਾਂ ਸਾਨੂੰ ਪੂਰੇ ਪੰਜਾਬ ਨੂੰ ਉਹਨਾਂ ਨੂੰ ਉਸੇ ਲੈ ਦੇ ਨਾਲ, ਤੇ ਚਲੋ ਜੇ ਤੁਸੀਂ ਅਪਣਾ ਸਕਦੇ ਆ ਤਾਂ ਅਪਣਾ ਲਓ, ਹੈ ਨਾ। ਇਹ ਬਹੁਤ ਜ਼ਰੂਰੀ ਹੈ। ਕੋਈ ਨਾ ਇੱਕ ਅੱਧੀ ਗਲਤੀ ਮਾਫ ਕਰ ਦੇਣੀ ਚਾਹੀਦੀ, ਸਾਡੇ ਵੱਡੇ ਦਿਲ ਆ। ਪਰ ਗੁਰਦਾਸ ਮਾਨ ਸਾਹਿਬ ਨੇ ਜੋ ਕੀਤਾ ਨਾ, ਉਹ ਕੱਲੀ ਸਿਰਫ ਉਹ ਨਹੀਂ ਸੀ ਗੱਲ ਜਿਹੜੀ ਉਹਨਾਂ ਨੇ ਕਹੀ ਸੀ, ਜਿਹੜੀ ਸਟੇਜ ਤੋਂ ਕਹੀ ਸੀ ਗੱਲ, ਤੁਹਾਨੂੰ ਯਾਦ ਹੋਊਗਾ ਕਿ ਹੈ ਨਾ, ਕੱਲਾ ਜਿਹੜਾ ਉਹ ਦਿਖਾ ਰਹੇ ਸੀਗੇ, ਹੈ ਨਾ। ਤੁਸੀਂ ਦੇਖੋ ਉਹਨਾਂ ਦੀ ਜਿਹੜੀ ਸਟੇਟਮੈਂਟ ਪਹਿਲਾਂ ਆਈਆਂ, ਕਿਉਂਕਿ ਅਸੀਂ ਬੜੇ ਭਾਵਕ ਹੁੰਦੇ ਆਪਣੀ ਮਾਂ ਬੋਲੀ ਨੂੰ ਲੈ ਕੇ, ਸਪੈਸ਼ਲੀ ਪੰਜਾਬੀ। ਬਿਲਕੁਲ ਸਹੀ। ਅਸੀਂ ਕਿਉਂਕਿ ਅਸੀਂ ਹਰ ਚੀਜ਼ ਐਕਸਟ੍ਰੀਮ 'ਚ ਜਾਂਦੇ ਹਾਂ। ਪੰਜਾਬੀਆਂ ਦਾ ਸੁਭਾਅ ਹੀ ਇੱਦਾਂ ਦਾ। ਅਸੀਂ ਕਹਿੰਦੇ ਨੇ ਕਿ ਜੇ ਪਿਆਰ ਪੰਜਾਬੀ ਕਰਦਾ ਤਾਂ ਉਹ ਵੀ ਬਿਨਾਂ ਬੇਪਰਵਾਹ ਹੋ ਕੇ ਕਰਦਾ, ਜੇ ਦੁਸ਼ਮਣੀ ਰੱਖਦਾ ਤੇ ਉਹ ਫਿਰ ਬੜੀ ਤੋੜ ਨੇ ਭਜਾਂਦੀ ਹੈ ਦੁਸ਼ਮਣੀ, ਕਿਉਂਕਿ ਸਾਡੇ ਸੁਭਾਅ ਇੱਦਾਂ ਦੇ ਆ। ਹੁਣ ਗੁਰਦਾਸ ਮਾਨ ਸਾਹਿਬ ਹੁਣਾਂ ਨੂੰ ਜੋ ਮਿਲਿਆ, ਜਿੱਥੇ ਉਹ ਬੈਠੇ ਨੇ, ਦਿੱਲੀ ਰਹਿੰਦੇ ਨੇ ਉਹ,
ਜਿੱਥੇ ਉਹ ਰਹਿੰਦੇ ਨੇ, ਜਿੱਥੋਂ ਤੱਕ ਉਹਨਾਂ ਦਾ ਘਰ ਚੱਲਦਾ ਆ, ਉਹਨਾਂ ਦੇ ਮੁੰਡੇ ਨੇ ਮਿਸ ਯੂਨੀਵਰਸ ਦੇ ਨਾਲ, ਖਰੇ ਮਿਸ ਵਰਲਡ ਦੇ ਨਾਲ ਵਿਆਹ ਕਰਾਇਆ, ਸਭ ਕੁਝ ਉਹ ਪੰਜਾਬੀ ਮਾਂ ਬੋਲੀ ਦੇ ਸਿਰ ਤੋਂ ਕਮਾਇਆ ਉਹਨਾਂ ਨੇ। ਬਿਲਕੁਲ। ਔਰ ਤੁਸੀਂ ਪੋਲੀਟੀਕਲ ਮੋਟੀਵੇਟਡ ਹੋ ਕੇ, ਚਾਹੇ ਉਹ ਕੋਈ ਵੀ ਪ੍ਰੈਸ਼ਰ ਤੁਹਾਡੇ ਤੇ ਹੋਵੇ, ਤੁਸੀਂ ਕਹੋ ਕਿ ਨਹੀਂ ਨਹੀਂ ਜੀ ਸਾਡੀ ਮਾਸੀ ਨੂੰ ਵੀ ਉਹਨਾਂ ਹੀ ਅਸੀਂ ਪੰਜਾਬੀ ਜਿਹੜੇ ਪਿਆਰ ਕਰਦੇ ਹਾਂ, ਕਈ ਵਾਰੀ ਮਾਸੀ ਨੂੰ ਉੱਤੇ ਰੱਖ ਦੇਣਾ ਚਾਹੀਦਾ। ਤੁਹਾਡੀ ਉੱਦਾਂ ਜਰਨਲ ਗੱਲ ਬਹੁਤ ਸਹੀ ਹੈ ਵੀ ਹਾਂ ਕੋਈ ਨਾ, ਜ਼ੁਬਾਨ ਤੇ ਕੋਈ ਵੀ ਨਹੀਂ ਮਾੜੀ, ਹਰ ਬੋਲੀ ਸਿੱਖਣੀ ਚਾਹੀਦੀ। ਉਹਨਾਂ ਦੇ ਗਾਣਿਆਂ ਦੇ ਵਿੱਚ ਵੀ ਲਿਖਿਆ ਹੁੰਦਾ ਵੀ ਪਰ ਉਹਨਾਂ ਨੇ ਇਹ ਵੀ ਕਿਹਾ ਸੀਗਾ ਇਸੇ ਗਾਣੇ ਦੇ ਵਿੱਚ ਵੀ ਕੱਚੀ ਦੇਖ ਕੇ ਪੱਕੀ ਦੇਖ ਕੇ ਕੱਚੀ ਢਾਉਣੀ ਨਹੀਂ ਚਾਹੀਦੀ, ਹੈ ਨਾ? ਸਹੀ ਗੱਲ ਹੈ। ਹੁਣ ਇਹਨਾਂ ਨੂੰ ਪੋਲੀਟੀਕਲ ਸ਼ਾਇਦ ਸੀਗੀ, ਨੋ ਡਾਊਟ। ਮੈਂ ਇੱਥੇ ਕੈਮਰੇ ਮੂਹਰੇ ਕਹਿਣਾ ਆ, ਦੈਟ ਵਾਜ਼ ਪੋਲੀਟੀਕਲੀ ਮੋਟੀਵੇਟਡ। ਉਹ ਪੋਲੀਟੀਕਲ ਮੋਟੀਵੇਟਡ ਸੀਗਾ ਕਿਉਂਕਿ ਉਸ ਸਮੇਂ ਬੀਜੇਪੀ ਚਲਾ ਰਹੀ ਸੀ ਕਿ ਆਪਾਂ ਪੂਰੀ ਜਿਹੜੀ ਲੈਂਗੁਏਜ, ਸਾਡੀ ਜਿਹੜੀ ਰਾਸ਼ਟਰੀ ਲੈਂਗੁਏਜ ਆ ਉਹ ਹਿੰਦੀ ਬਣਾਉਣੀ ਆ। ਪਰ ਉਹ ਚਲੋ ਅਨਫੋਰਚੂਨੇਟਲੀ ਉਹਨਾਂ ਦਾ ਸੁਪਨਾ ਸਾਕਾਰ ਨਹੀਂ ਹੋਇਆ ਕਿਉਂਕਿ ਉਹ ਕਹਿੰਦੇ ਵੀ ਜਿੰਨੀਆਂ ਲੈਂਗੁਏਜ ਜਿਹੜੀਆਂ ਸੰਵਿਧਾਨ ਦੇ ਵਿੱਚ ਆ ਉਹ ਸਾਰੀਆਂ ਰਾਸ਼ਟਰੀ ਆ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਹਿੰਦੀ ਰਾਸ਼ਟਰੀ ਆ? ਹਾਲੇ ਤੱਕ ਉਹ ਜ਼ੋਰ ਲਾਈ ਜਾਂਦੇ ਆ। ਚਲੋ ਉਦੋਂ ਇੱਦਾਂ ਦੀਆਂ ਹਸਤੀਆਂ ਲਈਆਂ ਵੀ ਆਪਾਂ ਇੱਦਾਂ ਦੀਆਂ ਹਸਤੀਆਂ ਮੂਹਰੇ ਕਰ ਦਈਏ, ਪਰ ਇੱਦਾਂ ਦੀ ਹਸਤੀ ਨੂੰ ਵੀ ਸੋਚਣਾ ਚਾਹੀਦਾ ਕੱਲ੍ਹ ਨੂੰ ਪੰਜਾਬੀ ਕੀ ਕਹਿਣਗੇ। ਇਹ ਜਿਹੜੀ ਗੱਲ ਸੀਗੀ, ਜਿਹੜੀ ਮਾਂ ਬੋਲੀ ਵਾਲੀ ਗੱਲ ਸੀਗੀ, ਇਹ ਗੱਲ ਫਿਰ ਜਦੋਂ ਇਹਨਾਂ ਨੇ ਸ਼ੋਅ ਲਾਇਆ, ਫਿਰ ਉਹ ਸ਼ੋਅ ਦੇ ਵਿੱਚ ਤਾਂ ਫਿਰ ਲੋਕਾਂ ਨੇ ਤਾਂ ਇਹਨਾਂ ਨੂੰ ਕਹਿ ਵੀ ਤੁਸੀਂ ਸਾਰੀ ਉਮਰ ਖਾਣੇ ਆ ਰਹੇ ਆ। ਲੋਕੀ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਆ ਸੰਜੀਵ ਜੀ, ਲੋਕਾਂ ਨੂੰ ਸਭ ਨੂੰ ਪਤਾ ਆ। ਤੁਸੀਂ ਜਰਨਲ ਵਿੱਚ ਕਹਿ ਦਿਓ ਕਿ ਕੋਈ ਗੱਲ ਨਹੀਂ, ਹਿੰਦੀ ਮਾਂ ਬੋਲੀ ਆਪਣੀ ਮਾਸੀ ਬੋਲੀ ਆ, ਫਿਰ ਕੀ ਹੋਇਆ, ਆਪਾਂ ਉਹਨੂੰ ਸਤਿਕਾਰ ਕਰੀਏ। ਲੋਕੀ ਲੱਖ ਸਤਿਕਾਰ ਦੇਣਗੇ। ਸਾਡੇ ਭਰਾ ਜਿਹੜੇ ਦਿੱਲੀ ਰਹਿੰਦੇ ਨੇ ਉਹ ਹਿੰਦੀ ਪੰਜਾਬੀ ਮਿਕਸ ਜਿਹਾ ਕਰਕੇ ਬੋਲਦੇ, ਸਾਨੂੰ ਮਾਣ ਆ ਉਹਨਾਂ 'ਤੇ। ਐਕਚੁਅਲੀ ਇਹਨਾਂ ਨੇ ਗੱਲ ਨੂੰ ਅੱਗੇ ਵਧਾਇਆ, ਗੱਲ ਇੱਦਾਂ ਅੱਗੇ ਵਧਾਈ। ਦੇਖੋ ਸਾਡੀ ਸਾਰਿਆਂ ਦੀ ਮਾਂ ਬੋਲੀ ਆ, ਸਾਨੂੰ ਪੰਜਾਬੀ ਸਾਡੀ ਮਾਂ ਬੋਲੀ, ਸਾਨੂੰ ਪਿਆਰ ਆ। ਬੰਗਾਲ ਵਾਲਿਆਂ ਨੂੰ ਬੰਗਾਲੀ ਉਹਨਾਂ ਦੀ ਮਾਂ ਬੋਲੀ ਹੈ ਨਾ, ਬਿਹਾਰ ਵਾਲਿਆਂ ਨੂੰ ਬਿਹਾਰੀ, ਸਭ ਦੀ ਥਾਂ ਦੇ ਉੱਤੇ ਆਪਣੀ ਆਪਣੀ ਬੋਲੀ, ਸਭ ਦੀ ਆਪੋ ਬਣੀ ਆ, ਉਹ ਆਪਣੀ ਆਪਣੀ ਬੋਲੀ। ਸਾਊਥ ਇੰਡੀਆ 'ਚ ਬੈਠੇ ਨੇ ਕੰਨੜ, ਤੇਲਗੂ, ਪਤਾ ਨਹੀਂ ਕਿੰਨੀਆਂ ਭਾਸ਼ਾਵਾਂ ਨੇ, ਔਰ ਲਿਸਟ ਹੈ 25 ਤੋਂ ਵੱਧ ਨੇ ਲੈਂਗੁਏਜਸ ਜਿਹੜੀਆਂ ਲਿਸਟ ਬਣੀ ਹੋਈ ਹੈ। ਸਾਡੀ ਸਾਰੀਆਂ ਰਾਸ਼ਟਰੀ ਭਾਸ਼ਾਵਾਂ ਨੇ, ਉਹ ਸਾਰੀਆਂ ਭਾਸ਼ਾਵਾਂ ਦੇ ਵਿੱਚ ਅਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਡਿਬੇਟ ਕਰ ਸਕਦੇ ਹਾਂ, ਔਰ ਬਾਕੀਆਂ ਨੂੰ ਉਹਨਾਂ ਦੀ ਮਾਂ ਬੋਲੀ ਦੇ ਵਿੱਚ ਟ੍ਰਾਂਸਲੇਸ਼ਨਸ ਮਿਲ ਜਾਂਦੀਆਂ ਨੇ। ਇਹ ਸਾਰੇ ਰੂਲਸ ਬਣੇ ਹੋਏ ਨੇ। ਪਿੱਛੇ ਸੀਚੇਵਾਲ ਹੋਰਾਂ ਨੇ ਇਹ ਗੱਲ ਕੀਤੀ ਵੀ ਸੀ, ਔਰ ਮੈਨੂੰ ਲੱਗਦਾ ਉਹ ਪਹਿਲੇ ਪੰਜਾਬੀ ਜਿਨ੍ਹਾਂ ਨੇ ਪੂਰੀ ਪੰਜਾਬੀ 'ਚ ਆਪਣੀ ਜ਼ੁਬਾਨ 'ਚ ਬੋਲਿਆ, ਔਰ ਬਹੁਤ ਮਾਣ ਹੋਇਆ ਸਾਨੂੰ, ਔਰ ਉਹਨਾਂ ਨੂੰ ਬਹੁਤ ਸਪੋਰਟ ਮਿਲੀ ਇਸ ਗੱਲ ਦੀ। ਵੈਂਕਈਆ ਨਾਇਡੂ ਨੇ ਕਿਹਾ, ਖੜੇ ਕਹਿ ਕੇ ਕਿਹਾ ਵੀ ਮੈਨੂੰ ਬੜਾ ਮਾਣ ਹੈ ਕਿਉਂਕਿ ਇੱਥੇ ਜ਼ਿਆਦਾ ਆਉਂਦੇ ਉਹ ਹਿੰਦੀ ਇੰਗਲਿਸ਼ ਹੀ ਬੋਲਦੇ ਰਹਿੰਦੇ ਆ, ਤੁਸੀਂ ਆਪਣੀ ਜ਼ੁਬਾਨ 'ਚ ਬੋਲਿਓ, ਬਹੁਤ ਵਧੀਆ। ਔਰ ਉਹਨਾਂ ਨੇ ਜਾਂਦੇ ਹੋਏ ਕਹਿ ਦਿੱਤਾ ਵੀ ਤੁਸੀਂ ਇੱਕ ਕੰਮ ਕਰ ਦਿਓ, ਮੈਨੂੰ ਮਟੀਰੀਅਲ ਜਿਹੜਾ ਮੇਰੀ ਮਾਂ ਬੋਲੀ 'ਚ ਮਿਲਦਾ ਰਹੇ, ਸਾਰਾ ਟ੍ਰਾਂਸਲੇਸ਼ਨ ਮਿਲੇ ਮੈਨੂੰ। ਤੇ ਉਹ ਬਹੁਤ ਇੱਥੇ ਇਹਨਾਂ ਨੇ ਇਹ ਗੱਲ ਕੀਤੀ ਕਿ ਹਰ ਇਲਾਕੇ ਦੀ ਆਪਣੀ ਬੋਲੀ, ਸਾਡੇ ਪੰਜਾਬ 'ਚ ਵੈਰਾਈਟੀ ਬਹੁਤ ਹੈ, ਇੰਨੀਆਂ ਭਾਸ਼ਾਵਾਂ ਨੇ, ਉਪ ਭਾਸ਼ਾਵਾਂ ਬਹੁਤ ਨੇ, ਹਰ 10 ਕਿਲੋਮੀਟਰ ਬਾਅਦ ਭਾਸ਼ਾ ਬਦਲ ਜਾਂਦੀ। ਪੰਜਾਬੀ ਦੀਆਂ ਕਈ ਭਾਸ਼ਾਵਾਂ ਨੇ, ਵੰਨਗੀਆਂ ਬਹੁਤ ਨੇ, ਬੜੇ ਐਕਸੈਂਟਸ ਨੇ। ਸੋ ਉਹਨਾਂ ਨੇ ਗੱਲ ਕੀਤੀ ਕਿ ਇੱਕ ਤਾਂ ਵੱਖਰੀਆਂ ਭਾਸ਼ਾਵਾਂ ਨੇ ਸਾਰੇ ਇਲਾਕਿਆਂ ਦੇ ਵਿੱਚ, ਪਰ ਇੱਕ ਲਿੰਕ ਲੈਂਗੁਏਜ ਹੋਣੀ ਚਾਹੀਦੀ ਹੈ। ਹੁਣ ਗੱਲ ਨੂੰ ਇੱਧਰ ਟਵਿਸਟ ਕੀਤਾ ਗਿਆ ਕਿ ਜੋ ਗੱਲ ਹੋ ਰਹੀ ਹੈ ਉਹ ਲਿੰਕ ਲੈਂਗੁਏਜ ਦੀ ਹੋ ਰਹੀ ਆ, ਕਿ ਜਿਹੜਾ ਬੰਦਾ ਪੰਜਾਬੀ ਹੋਏਗਾ ਉਹ ਮੰਨ ਲਓ ਸਾਊਥ ਇੰਡੀਆ ਗਿਆ, ਉੱਥੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ, ਸਾਨੂੰ ਉਹਨਾਂ ਦੀ ਭਾਸ਼ਾ ਨਹੀਂ ਆਉਂਦੀ, ਅਸੀਂ ਆਪਸ 'ਚ ਗੱਲਬਾਤ ਕਿਵੇਂ ਕਰੀਏ? ਜਾਂ ਤਾਂ ਅੰਗਰੇਜ਼ੀ ਵਰਤੀਏ ਤਾਂ ਹੋ ਸਕਦੀ ਹੈ, ਜਾਂ ਫਿਰ ਹਿੰਦੀ ਵਰਤੀਏ। ਇੱਕ ਲਿੰਕ ਲੈਂਗੁਏਜ ਚਾਹੀਦੀ ਹੈ। ਹੁਣ ਟਵਿਸਟ ਇੱਧਰ ਕੀਤੀ ਗਈ ਗੱਲ ਕਿ ਗੱਲ ਸਾਰੀ ਹੋ ਰਹੀ ਹੈ ਕਿ ਭਾਰਤ ਦੇ ਅੰਦਰ ਇੱਕ ਲਿੰਕ ਲੈਂਗੁਏਜ ਹੋਣੀ ਚਾਹੀਦੀ ਹੈ ਤਾਂ ਕਿ ਸਭ ਦਾ ਆਪਸ 'ਚ ਰਾਬਤਾ ਬਣਿਆ ਰਹੇ। ਪੁਰਾਣੇ ਸਮਿਆਂ ਦੇ ਵਿੱਚ ਅੰਗਰੇਜ਼ੀ ਲਿੰਕ ਲੈਂਗੁਏਜ ਰਹੀ ਆ, ਕੋਰਟਾਂ ਦੇ ਵਿੱਚ ਸਾਰੇ ਕੰਮ ਹੀ ਅੰਗਰੇਜ਼ੀ 'ਚ ਹੁੰਦੇ ਪਏ ਨੇ, ਅਸੀਂ ਦੇਖਦੇ ਹਾਂ। ਸਰਕਾਰੀ ਦਫ਼ਤਰਾਂ 'ਚ ਹੁੰਦੇ ਨੇ ਕਿਉਂਕਿ ਕਈ ਵਾਰ ਸੈਂਟਰ ਗਵਰਨਮੈਂਟ ਦੇ ਆਫਿਸ ਹੁੰਦੇ ਨੇ, ਸੈਂਟਰ ਗਵਰਨਮੈਂਟ ਦੇ EMPLOYE ਤੇ ਪੂਰੇ ਇੰਡੀਆ 'ਚ ਟ੍ਰਾਂਸਫਰਸ ਹੁੰਦੇ ਨੇ, ਉਹ ਇੱਕ ਦੂਜੇ ਦੀ ਭਾਸ਼ਾ ਨਹੀਂ ਜਾਣਦੇ ਤਾਂ ਅੰਗਰੇਜ਼ੀ ਰਹਿ ਜਾਂਦੀ ਹੈ। ਉਸ ਤੋਂ ਬਾਅਦ ਵੀ ਇਹ ਗੱਲ ਹੋਈ ਕਿ ਆਮ ਲੋਕਾਂ ਨੂੰ ਜਿਹੜੇ ਉਸ ਇਲਾਕੇ ਦੇ ਲੋਕਲਸ ਨੇ ਉਹਨਾਂ ਨੂੰ ਵਰਨਾਕੂਲਰ ਭਾਸ਼ਾ ਦੇ ਵਿੱਚ ਉਹਨਾਂ ਦੀ ਉੱਥੋਂ ਦੀ ਲੈਂਗੁਏਜ ਦੇ ਵਿੱਚ ਸਮਝਾਇਆ ਜਾਵੇ ਕਿ ਕੋਰਟ 'ਚ ਉਹਦੇ ਫੈਸਲੇ 'ਚ ਕੀ ਹੋਇਆ, ਸਰਕਾਰੀ ਦਫ਼ਤਰਾਂ ਦੇ ਵਿੱਚ ਉਹਦੇ ਫਾਈਲ ਦੇ ਵਿੱਚ ਕੀ ਲਿਖਿਆ ਗਿਆ, ਉਹਨੂੰ ਉਸ ਦੀ ਭਾਸ਼ਾ 'ਚ ਸਮਝਾਇਆ। ਪਰ ਅੱਜ ਤੱਕ ਇਹ ਹੋਇਆ ਨਹੀਂ ਮੈਨੂੰ ਲੱਗਦਾ। ਸਾਨੂੰ ਤਾਂ ਕਦੀ ਸੁਣਨ ਵੀ ਆਉਣ ਤੇ ਪੰਜਾਬੀ 'ਚ ਕਦੀ ਨਹੀਂ ਮੈਂ ਦੇਖੇ, ਅੰਗਰੇਜ਼ੀ 'ਚ ਹੀ ਆਉਂਦੇ ਰਹਿੰਦੇ ਨੇ। ਸੋ ਇਹ ਗੱਲਾਂ ਹੋਈਆਂ। ਹੁਣ ਇਹ ਗੱਲ ਇੱਧਰ ਟਵਿਸਟ ਕੀਤੀ ਜਾ ਰਹੀ ਹੈ ਕਿ ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈ ਇਸ ਕੰਟੈਕਸਟ 'ਚ ਕੀਤੀ ਗਈ ਹੈ ਕਿ ਇੱਕ ਲਿੰਕ ਲੈਂਗੁਏਜ ਹੋਣੀ ਚਾਹੀਦੀ ਹੈ ਜਿਹੜੀ ਭਾਰਤ ਨੂੰ ਆਪਸ 'ਚ ਜੋੜੇ, ਕਿਉਂਕਿ ਇਸ ਵਕਤ ਅਸੀਂ ਲਿੰਕ ਲੈਂਗੁਏਜ ਅੰਗਰੇਜ਼ੀ ਯੂਜ਼ ਕਰਦੇ ਹਾਂ ਜਿੱਥੇ ਵੀ ਜਾਂਦੇ। ਪਰ ਨਹੀਂ ਚਲੋ ਆਪਾਂ ਇਹੀ ਗੱਲ ਹੈ ਨਾ ਕਿ ਜ਼ੁਬਾਨਾਂ ਕੋਈ ਵੀ ਹੋਣ, ਜ਼ੁਬਾਨ ਕੋਈ ਵੀ ਹੋਵੇ, ਪਰ ਜਦੋਂ ਤੁਸੀਂ ਪੋਲੀਟੀਕਲੀ ਮੋਟੀਵੇਟਡ ਹੋ ਜਾਂਦੇ ਆ ਤੇ ਲੋਕ ਜਿਹੜੇ ਨੇ ਨਾ ਉਹ ਜਿਹੜੇ ਬੈਠੇ ਹੋਏ ਨੇ ਸਰਦਾਰ ਜੀ ਉਹ ਸਮਝ ਜਾਂਦੇ ਨੇ। ਸੋ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਸੰਜੀਵ ਜੀ ਬਹੁਤ ਜ਼ਰੂਰੀ ਗੱਲ ਹੈ। ਬਿਲਕੁਲ। ਔਰ ਇਹਦੇ ਵਿੱਚ ਇੱਕ ਆਪਾਂ ਫਿਰ ਆਪਣੇ ਪੰਜਾਬ ਦੇ ਜਿਹੜਾ ਸੱਭਿਆਚਾਰ ਹੈ, ਜਿਹੜਾ ਗੁਰੂ ਸਾਹਿਬਾਨ ਦਾ, ਉਸੇ ਸੱਭਿਆਚਾਰ ਦੇ ਕੰਟੈਕਸਟ ਵਿੱਚ ਗੱਲ ਕਰਾਂਗੇ ਕਿ ਬੋਲੀ ਤਾਂ ਪਿਆਰ ਦੀ ਹੁੰਦੀ ਹੈ, ਬੋਲੀ ਤਾਂ ਮਮਤਾ ਦੀ ਹੁੰਦੀ ਹੈ। ਇਹ ਤਾਂ ਮੀਡੀਅਮਸ ਨੇ ਕਿ ਪੰਜਾਬੀ ਮੀਡੀਅਮ 'ਚ ਪੜ੍ਹਦੇ ਹੋ
ਅੰਗਰੇਜ਼ੀ ਮੀਡੀਅਮ 'ਚ ਪੜ੍ਹਦੇ ਹੋ, ਅਸੀਂ ਹਮੇਸ਼ਾ ਕਾਲਜ 'ਚ ਇਹੀ ਪੁੱਛਦੇ ਹਾਂ ਮੈਂ ਸ਼ੁਰੂ ਤੋਂ ਇਹੀ ਗੱਲ ਕਰ ਰਿਹਾ ਸੀ ਕਿ ਐਕਸੈਪਟੈਂਸ ਦੀ ਕੋਈ ਘਾਟ ਨਹੀਂ ਹੈਗੀ, ਪਰ ਜੋ ਤੁਸੀਂ ਸਾਨੂੰ ਪਤਾ ਲੱਗ ਜਾਂਦਾ ਕਿੱਥੋਂ ਤੁਸੀਂ ਬੋਲ ਰਹੇ ਹੋ। ਔਰ ਉਸ ਸਮੇਂ ਉਹ ਕੰਟੈਕਸਟ ਚੱਲ ਰਿਹਾ ਸੀਗਾ ਸੰਜੀਵ ਜੀ, ਉਹ ਵੀ ਗੱਲ ਮਾੜੀ ਆ ਕਿ ਤੁਸੀਂ ਸਾਰੀ ਉਮਰ ਪੰਜਾਬ ਦਾ ਖਾਦਾ ਹੋਵੇ, ਪੰਜਾਬੀ ਤੋਂ ਹੀ ਤੁਸੀਂ ਉੱਪਰ ਗਏ ਹੋ, ਤੇ ਫਿਰ ਤੁਸੀਂ ਪੰਜਾਬੀਆਂ ਨੂੰ ਹੀ ਟੱਡੀਆਂ ਬਚਕਾਰੋ। ਤੇ ਉਹ ਚਲੋ ਹੁਣ ਤੁਸੀਂ ਆਏ ਹੋ, ਦੇਰ ਆਏ ਹੋ, ਦਰੁਸਤ ਆਏ ਹੋ, ਪੰਜਾਬੀ ਜ਼ੁਬਾਨ ਹੈ। ਹਾਂ, ਕਿੰਨਾ ਪਿਆਰਾ ਗੀਤ ਹੈ ਮਾਨ ਸਾਹਿਬ ਦਾ। ਔਰ ਤੁਸੀਂ ਦੇਰ ਆਏ ਹੋ, ਦਰੁਸਤ ਆਏ ਹੋ, ਬਹੁਤ ਚੰਗੀ ਗੱਲ ਆ। ਪਰ ਜੇ ਤੁਸੀਂ ਫਿਰ ਪੋਲੀਟੀਕਲੀ ਮੋਟੀਵੇਟਡ ਹੋ ਕੇ ਗੱਲਾਂ ਕਰੋਗੇ ਤਾਂ ਫਿਰ ਕਹਿੰਦੇ ਹੁੰਦੇ ਨਾ ਕਿ ਖਟਾਸ ਨਹੀਂ ਜਾਣੀ। ਬਿਲਕੁਲ। ਨੁਕਸਾਨ ਦੇਖੋ, ਨੁਕਸਾਨ ਜਿੰਨਾ ਹੋਇਆ ਤੁਹਾਡਾ ਹੋਇਆ, ਸਾਡਾ ਤੇ ਕੋਈ ਨੁਕਸਾਨ ਨਹੀਂ ਹੋਇਆ, ਆਮ ਲੋਕ ਦਾ ਨੁਕਸਾਨ ਹੋਇਆ ਕਿਤੇ। ਤੁਸੀਂ ਇਮੋਸ਼ਨਲ ਹੋ ਕੇ ਕਈ ਵਾਰ ਕੋਈ ਗੱਲ ਕਰ ਦਿੰਦੇ ਹੋ, ਇਸ ਕਰਕੇ ਕਿਹਾ ਜਾਂਦਾ ਨਾ, ਸਿਆਣੇ ਇਹੀ ਕਹਿੰਦੇ ਨੇ ਇਮੋਸ਼ਨਸ ਨੂੰ ਜ਼ਰਾ ਕਾਬੂ 'ਚ ਰੱਖੋ, ਸਭ ਕੁਝ ਕੰਸੀਡਰ ਕਰੋ, ਫਿਰ ਗੱਲ ਕਰੋ। ਕਿ ਤੁਸੀਂ ਪਹਿਲਾਂ ਹੀ ਐਕਸਪਲੇਨ ਕਰੋ ਕਿ ਮਾਂ ਬੋਲੀ ਆਪਣੀ, ਮੈਂ ਲਿੰਕ ਲੈਂਗੁਏਜ ਦੀ ਗੱਲ ਕਰ ਰਿਹਾ, ਵਾਕਈ ਲਿੰਕ ਭਾਸ਼ਾ ਕਿਹੜੀ ਹੋਣੀ ਚਾਹੀਦੀ। ਫਿਲਹਾਲ ਮੈਨੂੰ ਲੱਗਦਾ ਅਸੀਂ ਲਿੰਕ ਸਥਾਪਿਤ ਕਰਦਾ ਰਵਾਂਗੇ, ਪਰ ਸਾਨੂੰ ਵੀ ਥੋੜਾ ਜਿਹਾ ਟਾਈਮ ਲਿਮਿਟਡ ਦਿੰਦੇ ਆ ਇਹ ਤੇ ਅਸੀਂ ਚੱਲਦੇ ਹਾਂ। ਮੈਂ ਤੇ ਸੰਜੀਵ ਜੀ ਫਿਰ ਕਿਤੇ ਰੂਬਰੂ ਹੋਵਾਂਗੇ ਤੁਹਾਡੇ, ਤੇ ਸਾਨੂੰ ਦਿਓ ਇਜਾਜ਼ਤ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।